ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੇਰੇ ਨਾਲ ਪੰਜਾਬ ਪੁਲਿਸ ਦੇ ਡਿਸਮਿਸ ਹੋ ਚੁੱਕੇ ਡੀਐਸਪੀ ਬਲਵਿੰਦਰ ਸੇਖੋਂ ਇੱਕ ਵਾਰ ਫੇਰ ਜੁਟਣਗੇ। ਪਹਿਲਾਂ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ, ਲੇਕਿਨ ਇਸ ਵਾਰ ਦੀ ਚਰਚਾ ਦਾ ਸੰਦਰਭ ਹੋਏਗਾ ਲੁਧਿਆਣੇ ਦਾ ਇੱਕ ਅਜਿਹਾ ਰਿਹਾਇਸ਼ੀ ਪ੍ਰੋਜੈਕਟ, ਬੇਸਿਕਲੀ ਗ੍ਰੈਂਡ ਮੈਨਰ ਹੋਮਸ ਨਾਂ ਤੋਂ ਜਾਣਿਆ ਜਾਂਦਾ ਹੈ ਪ੍ਰੋਜੈਕਟ, ਜਿਸ ਦੀ CLU ਦੀਆਂ ਸ਼ਰਤਾਂ ਤੇ ਜਿਸ ਜ਼ਮੀਨ ਉੱਤੇ ਇਸ ਪ੍ਰੋਜੈਕਟ ਦੀ ਉਸਾਰੀ ਕੀਤੀ ਗਈ ਉਸ ਦੇ ਵਿੱਚ ਕੁਝ ਬੇਨਿਯਮੀਆਂ ਪਾਈਆਂ ਗਈਆਂ ਸੀ, ਜਿਸ ਦੀ ਇੱਕ ਇਨਕੁਆਇਰੀ ਹੋਈ ਸੀ। ਇਨਕੁਆਇਰੀ ਖੁਦ ਬਲਵਿੰਦਰ ਸੇਖੋਂ ਨੇ ਕੀਤੀ। ਇਨਕੁਆਇਰੀ ਕਰਨ ਤੋਂ ਬਾਅਦ ਬਲਵਿੰਦਰ ਸੇਖੋਂ ਨੇ ਰਿਪੋਰਟ ਦਿੱਤੀ, ਜਿਸ ਵਿੱਚ ਕਿ ਤਕਰੀਬਨ 1.5 ਦਰਜਨ ਦੇ ਆਸ-ਪਾਸ ਅਫਸਰਾਂ ਤੇ ਹੋਰ ਜਿਹੜੇ ਪ੍ਰਾਈਵੇਟ ਲੋਕ ਸਨ ਉਹਨਾਂ ਦੇ ਖਿਲਾਫ ਆਪਣੀ ਇਨਵੈਸਟੀਗੇਸ਼ਨ ਬਲਵਿੰਦਰ ਸੇਖੋਂ ਨੇ ਸਾਹਮਣੇ ਰੱਖੀ ਸੀ। ਲੇਕਿਨ ਇਸੇ ਇਨਕੁਆਇਰੀ ਦੇ ਚੱਲਦਿਆਂ ਭਰਤ ਭੂਸ਼ਣ ਆਸ਼ੂ, ਜੋ ਕਿ ਉਸ ਵਕਤ ਪੰਜਾਬ ਸਰਕਾਰ ਦੇ ਮੰਤਰੀ ਸੀ, ਉਹਨਾਂ ਵੱਲੋਂ ਬਲਵਿੰਦਰ ਸੇਖੋਂ ਨੂੰ ਟੈਲੀਫੋਨ ਉੱਤੇ ਧਮਕਾਇਆ ਜਾਂਦਾ ਹੈ, ਜਿਸ ਤੋਂ ਬਾਅਦ ਬਲਵਿੰਦਰ ਸੇਖੋਂ ਇੱਕ ਵਿਸਲ ਬਲੋਅਰ ਦੇ ਰੂਪ ਵਿੱਚ ਉੱਭਰਦੇ ਨੇ। ਅੱਜ ਦੀ ਤਰੀਕ ਦੇ ਵਿੱਚ ਸਥਿਤੀ ਇਹ ਹੈ ਕਿ ਇਹ ਕੇਸ ਅਦਾਲਤ ਦੇ ਵਿੱਚ ਪਹੁੰਚਿਆ ਹੋਇਆ ਹੈ। ਬਲਵਿੰਦਰ ਸੇਖੋਂ ਨੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਚੁਣੌਤੀ ਦੇ ਰੱਖੀ ਹੈ ਭਰਤ ਭੂਸ਼ਣ ਆਸ਼ੂ ਨੂੰ, ਲੇਕਿਨ ਅਸਲ ਦੇ ਵਿੱਚ ਇਹ ਕੇਸ ਭਰਤ ਭੂਸ਼ਣ ਆਸ਼ੂ ਦੇ ਨਾਲ ਉੱਡਾ ਨਹੀਂ ਜੁੜਦਾ। ਇਸ ਕੇਸ ਦੇ ਵਿੱਚ ਤਰੀਕਾਂ ਤੇ ਤਰੀਕਾਂ ਪੈ ਰਹੀਆਂ ਨੇ ਤੇ ਇੱਕ ਅਹਿਮ ਵਿਟਨੈਸ ਦੇ ਰੂਪ ਵਿੱਚ ਸਾਬਕਾ ਮੰਤਰੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਇੱਕ ਗਵਾਹ ਇਸ ਕੇਸ ਦੇ ਵਿੱਚ ਇੰਪਲੀਡ ਕਰਵਾਇਆ ਜਾ ਰਿਹਾ ਹੈ। ਇਸ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਲੇਕਿਨ ਟਾਲਾ ਵੱਟਣ ਦੀ ਕੋਸ਼ਿਸ਼ ਨਵਜੋਤ ਸਿੱਧੂ ਵੱਲੋਂ ਹੋ ਰਹੀ ਹੈ। ਪਿਛਲੀਆਂ ਕਈ ਪੇਸ਼ੀਆਂ ਜਾਂ ਕਈ ਤਰੀਕਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੋਸ਼ਿਸ਼ਾਂ ਕੀਤੀਆਂ ਨੇ ਕਿ ਉਹਨਾਂ ਦੀ ਜਿਹੜੀ ਵਿਅਕਤੀਗਤ ਪਰਸਨਲ ਹਾਜ਼ਰੀ ਹੈ ਉਸ ਤੋਂ ਉਹਨਾਂ ਨੂੰ ਛੋਟ ਮਿਲੇ ਤੇ ਵੀਡੀਓ ਕਾਨਫਰੰਸ ਦੇ ਜ਼ਰੀਏ ਇਸ ਅਦਾਲਤ ਦੀ ਕਾਰਵਾਈ ਵਿੱਚ ਉਹ ਸ਼ਾਮਲ ਹੋਣ। ਲੇਕਿਨ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਕਿ ਆਪਣੀ ਪਾਰਟੀ ਦੇ ਕੋਲੀਗ ਭਰਤ ਭੂਸ਼ਣ ਆਸ਼ੂ, ਜਿਨ੍ਹਾਂ ਦੇ ਖਿਲਾਫ ਬੇਸਿਕਲੀ ਇਨਵੈਸਟੀਗੇਸ਼ਨ ਨਹੀਂ ਸੀ, ਇਨਵੈਸਟੀਗੇਸ਼ਨ ਤਾਂ ਇੱਕ ਪ੍ਰਾਈਵੇਟ ਕੋਲੋਨਾਈਜ਼ਰ ਨੂੰ ਕੁਝ ਅਫਸਰਾਂ ਵੱਲੋਂ, ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਅਫਸਰ ਸੀ, ਟਾਊਨ ਪਲਾਨਰ ਲੈਵਲ ਦੇ ਅਫਸਰ ਸੀ ਜਾਂ ਪੰਜਾਬ ਸਰਕਾਰ ਦੇ ਅਫਸਰ ਸੀ, ਉਹਨਾਂ ਵੱਲੋਂ ਕੁਝ ਨਜਾਇਜ਼ ਫਾਇਦੇ ਪਹੁੰਚਾਉਣ ਦਾ ਮੁੱਦਾ ਸੀ। ਲੇਕਿਨ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਆਪਣੇ ਪੈਰ ਇਸ ਇਨਵੈਸਟੀਗੇਸ਼ਨ ਤੋਂ ਪਹਿਲੇ ਸਟੇਜ ਦੇ ਵਿੱਚ ਵੀ ਪਿੱਛੇ ਖਿੱਚ ਗਏ, ਜਦੋਂ ਸੰਬੰਧਿਤ ਮਹਿਕਮੇ ਦੇ ਮੰਤਰੀ ਸੀ, ਜ਼ਿਆਦਾ ਉਹਨਾਂ ਨੇ ਬੈਕਅਪ ਜਿਹੜਾ ਸੀ ਬਲਵਿੰਦਰ ਸਿੰਘ ਸੇਖੋਂ ਨੂੰ ਨਹੀਂ ਦਿੱਤਾ, ਜਿਸ ਕਾਰਨ ਹੀ ਬਲਵਿੰਦਰ ਸਿੰਘ ਸੇਖੋਂ ਅੱਜ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੂਰਾ ਦਾ ਪੂਰਾ ਮੋਰਚਾ ਖੋਲ ਕੇ ਬੈਠੇ ਨੇ ਤੇ ਉਹਨਾਂ ਨੂੰ ਬਾਕਾਇਦਾ ਇਸ ਕੇਸ ਦੇ ਵਿੱਚ ਸ਼ਾਮਲ ਕਰਾਉਣਾ ਚਾਹੁੰਦੇ ਨੇ, ਤਫਤੀਸ਼ ਦੇ ਵਿੱਚ, ਟ੍ਰਾਇਲ ਦੇ ਵਿੱਚ ਐਜ਼ ਅ ਵਿਟਨੈਸ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਹੀ ਹੱਥਾਂ ਨਾਲ ਲਿਖੀ ਗਈ ਕਈ ਅਹਿਮ ਗੱਲਾਂ ਬਾਤਾਂ ਨੇ ਜਿਨ੍ਹਾਂ ਨੂੰ ਅਦਾਲਤ ਦੇ ਰਿਕਾਰਡ ਉੱਤੇ ਬਲਵਿੰਦਰ ਸੇਖੋਂ ਲਿਆਉਣਾ ਚਾਹੁੰਦੇ ਨੇ। ਇਹ ਪੂਰੇ ਦੇ ਪੂਰੇ ਮਾਮਲੇ ਦੀ ਕੀ ਡਿਟੇਲਸ ਨੇ ਆਪਾਂ ਇਸ ਉੱਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਬਲਵਿੰਦਰ ਸੇਖੋਂ ਸਾਡੇ ਨਾਲ ਨੇ। ਸੇਖੋਂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਦੀ ਅੱਜ ਦੀ ਚਰਚਾ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਸਮਝਣਾ ਤੁਹਾਡੇ ਤੋਂ ਚਾਹਾਂਗਾ ਕਿ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੋਣਾ ਚਾਹ ਰਹੇ, ਇਸ ਦੇ ਪਿੱਛੇ ਤੁਸੀਂ ਕਈ ਗੱਲਾਂ ਬਾਤਾਂ ਮੈਂ ਕਈ ਚੈਨਲਾਂ ਤੇ ਥੋੜੀਆਂ ਸੁਣੀਆਂ ਨੇ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕੀ ਮਾਨਸਿਕਤਾ ਹੈ, ਕਿਉਂ ਇਹ ਸਭ ਕੁਝ ਹੋ ਰਿਹਾ ਹੈ? ਸ਼ੁਕਰੀਆ ਲੱਕੀ ਸਾਹਿਬ। ਗੱਲ ਇਹ ਹੈ ਕਿ ਇਸ ਵੈਸੇ ਤਾਂ ਸਾਰੀ ਦੁਨੀਆ ਹੀ ਇਸ ਮਤਲਬ ਤਮਾਸ਼ੇ ਨੂੰ ਦੇਖ ਰਹੀ ਹੈ ਜੋ ਚੱਲ ਰਿਹਾ ਬੜੇ ਦਿਨਾਂ ਤੋਂ, ਤੇ ਮੈਂ ਤੁਹਾਨੂੰ ਕਰੈਕਟ ਕਰ ਦਿਆਂ ਕਿ ਇਹ ਇਕੱਲੀ ਯਾਰੀ ਨਹੀਂ ਪੁਗਾਈ ਜਾ ਰਹੀ ਆਸ਼ੂ ਦੀ, ਇਹਦੇ ਵਿੱਚ ਅਫਸਰਾਂ ਨੂੰ ਵੀ ਬਚਾਇਆ ਜਾ ਰਿਹਾ ਹੈ। ਔਰ ਜਦੋਂ ਅਫਸਰ ਫਸਦੇ ਹੁੰਦੇ ਨਾ ਕਿਸੇ ਗੱਲ ਵਿੱਚ, ਉਦੋਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਜਿਵੇਂ ਦਿਖਾਈ ਦਿੰਦੀਆਂ, ਕਿਉਂਕਿ ਇਹ ਪੋਲੀਟੀਸ਼ੀਅਨ ਜਿਹੜਾ ਹੈਗਾ ਇੱਕ ਲਿਮਟ ਤੱਕ ਤਾਂ ਇੱਕ ਦੂਸਰੇ ਨਾਲ ਇਹ ਯਾਰੀਆਂ ਪਗਾਉਂਦੇ ਆ, ਪਰ ਜਦੋਂ ਜਿਵੇਂ ਕਹਿੰਦੇ ਹੁੰਦੇ ਬਿੱਲੀ ਦੇ ਪੈਰਾਂ ਵਾਲੀ ਗੱਲ ਹੈ, ਜਦੋਂ ਬੱਚੇ ਪੈਰ ਸੜਦੇ ਹੁਣ ਤਾਂ ਬੱਚੇ ਥੱਲੇ ਲੈ ਲੈਂਦੇ, ਇਹ ਉਹ ਮਹਿਕਮਾ ਇਸ ਕਰਕੇ ਇਹਨਾਂ ਦੀ ਇੰਨੀ ਨਹੀਂ ਹੁੰਦੀ ਕਿ ਕਿਸੇ ਨੂੰ ਯਾਰੀਆਂ ਨਿਭਾਉਣ ਪਿੱਛੇ ਆਪਣਾ ਜਿਹੜਾ ਹੈਗਾ ਨੁਕਸਾਨ ਕਰ ਸਕਣ। ਪਰ ਇਹਦੇ ਵਿੱਚ ਕਿਉਂਕਿ ਕੁਝ ਅਫਸਰ ਫਸਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਰੱਸੀ ਜਿਹੜੀ ਹੈਗੀ ਹੈ ਇਹਨਾਂ ਦੇ ਆਪਣੇ ਗਲ ਵਿੱਚ ਪੈਂਦੀ ਦਿਖਾਈ ਦਿੰਦੀ ਹੈ, ਕਿਉਂਕਿ ਲਾਸਟ ਸਟੇਜ ਤੇ ਜਦੋਂ ਇਹ ਫਾਈਲ ਹੈ, ਜਿਹੜੇ ਪ੍ਰਿੰਸੀਪਲ ਸੈਕਟਰੀ ਵੇਣੂ ਪ੍ਰਸ਼ਾਦ ਹੈ, ਜਿਹੜੇ ਅੱਜ ਕੱਲ CM ਦੇ ਨਾਲ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ, ਉਦੋਂ PSLG ਸੀਗੇ ਇਸ ਡਿਪਾਰਟਮੈਂਟ ਦੇ, ਉਹਨਾਂ ਨੇ ਫਾਈਲ ਇਹਨਾਂ ਨੂੰ ਫਾਰਵਰਡ ਕਰਤੀ ਸੀ ਲਾਸਟ ਆਪਣੀ ਰਿਕਮੈਂਡੇਸ਼ਨ ਦੇ ਕੇ ਉੱਪਰ। ਜਿਹੜੀ ਮੇਰੀ ਇਨਕੁਆਇਰੀ ਸੀ ਉਹਨੂੰ ਪੈਰਾ ਬਾਏ ਪੈਰਾ ਅਪਰੂਵ ਕਰਕੇ ਉਹਨੂੰ ਅਪਰੂਵਲ ਦੇ ਕੇ ਤੇ ਫਾਈਨਲ ਆਰਡਰ ਵਾਸਤੇ ਜਿਹੜਾ ਮਿਨਿਸਟਰ ਦੇ ਪੁੱਟ ਅਪ ਕਰ ਦਿੱਤੀ ਸੀ। ਮਿਨਿਸਟਰ ਨੇ ਉਹਦੇ ਤੇ ਅੱਗੇ ਉਹ ਸੇਮ ਆਰਡਰ ਕਰ ਦਿੱਤੇ ਸੀ, ਜਿਹਨੂੰ ਜੋ ਪ੍ਰੋਬਲਮ ਸੀ, ਜਿਹਦੇ ਨਾਲ ਜੋ ਹੋਣਾ ਚਾਹੀਦਾ ਸੀ, ਜਿਹਨੂੰ ਚਾਰਜ ਸ਼ੀਟ ਹੋਣਾ ਚਾਹੀਦਾ ਸੀ, ਜਿਹਦੇ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਸੀ, ਸਾਰੇ ਦੀ ਸਾਰੀ ਡਿਟੇਲ ਜਿਹੜੀ ਹੈਗੀ ਹੈ ਉਹਦੇ ਵਿੱਚ ਆਲਰੇਡੀ ਜਿਹੜੀ ਹੈ ਉਹ ਪ੍ਰਿੰਸੀਪਲ ਸੈਕਟਰੀ ਦੀ ਰਿਪੋਰਟ ਵਿੱਚ ਲਿਖੀ ਹੋਈ ਹੈ, ਜਿਸ ਨੂੰ ਕਿ ਅੱਗੇ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਇਨ ਬਿਨ ਉਹਨੂੰ ਪ੍ਰਵਾਨ ਕਰਕੇ ਜਿਹੜਾ ਆਪਣੇ ਹੱਥ ਨਾਲ ਆਪਣੇ ਕਲਮੀ ਜਿਹੜਾ ਹੈ ਮਤਲਬ ਉਹਦੇ ਤੇ ਜਿਹੜਾ 1.5 ਸਫ਼ੇ ਦਾ ਜਿਹੜਾ ਹੈਗਾ ਰਿਕਮੈਂਡੇਸ਼ਨ ਜਿਹੜੀ ਹੈਗੀ ਉਹਨੂੰ ਅਪਰੂਵਲ ਦੀ ਦਿੱਤੀ ਹੋਈ ਹੈ। ਹੁਣ ਗੱਲ ਉੱਥੇ ਆ ਕੇ ਅੜਦੀ ਹੈ ਕਿ ਉਹਦੇ ਵਿੱਚ 3 IAS ਅਫਸਰ ਇਨਵੋਲਵ ਹੁੰਦੇ ਸੀਗੇ। IAS ਅਫਸਰ ਜਦੋਂ ਇਨਵੋਲਵ ਹੁੰਦੇ ਫਿਰ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਲਟਾ ਪਲਟੀਆਂ ਹੋ ਜਾਂਦੀਆਂ, ਜਿਵੇਂ ਕਿ ਸਜਾਈ ਘਟਾਲਾ ਤੁਹਾਡੇ ਧਿਆਨ 'ਚ ਹੋਣਾ, ਉਹ ਇਸ ਕਰਕੇ ਨਹੀਂ ਹੈ, ਉਹ ਡਿਲੇ ਹੋ ਰਿਹਾ ਕਿ ਉਹਦੇ ਵਿੱਚ ਜਰਮੇਜਾ ਸਿੰਘ ਸੇਖੋਂ ਜਾਂ ਸ਼ਰਜੀਤ ਢਿੱਲੋਂ ਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਵਿੱਚ ਸਰਵੇਸ਼ ਕੌਸ਼ਲ ਤੇ KBS ਸਿੱਧੂ ਵਰਗੇ IAS ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਇਹੋ ਜਿਹੀ ਪੋਜੀਸ਼ਨ ਇਸ ਕੇਸ ਵਿੱਚ ਵੀ ਹੋਈ ਹੈ। ਵੇਣੂ ਪ੍ਰਸ਼ਾਦ ਖੁਦ ਜੋ ਕਿ ਡਾਇਰੈਕਟਲੀ IAS ਅਫੀਸਰ ਹੈ,
ਅੱਜ ਦੀ ਡੇਟ ਵਿੱਚ ਉਹ ਸਟਰੋਂਗੈਸਟ ਹੈ, ਕਿਉਂਕਿ ਉਸ ਪ੍ਰਿੰਸੀਪਲ ਸੈਕਟਰੀ ਲੱਗਿਆ ਹੋਇਆ ਭਗਵੰਤ ਮਾਨ ਦੇ ਨਾਲ। ਉਹਦੇ ਗੱਲ ਵਿੱਚ ਬਿਲਕੁਲ ਸਿੱਧਾ ਹੀ ਇਹ ਬੜਾ ਫਾਹਾ ਪੈਂਦਾ, ਕਿਉਂਕਿ ਉਹਦੀਆਂ 2 ਰਿਪੋਰਟਾਂ ਲੱਗੀਆਂ ਹੋਈਆਂ ਕੰਟਰਾਡਿਕਟਰੀ। ਉਹਨੇ ਪਹਿਲਾਂ ਪ੍ਰਵਾਨ ਕੀਤਾ ਸਾਰਾ ਕੁਝ, ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ। ਨਵਜੋਤ ਸਿੰਘ ਸਿੱਧੂ ਨੇ ਉਹ ਰਿਕਮੈਂਡ ਕਰ ਦਿੱਤਾ। ਉਸ ਤੋਂ ਬਾਅਦ ਫਿਰ ਤਕਰੀਬਨ 12 ਦਿਨ ਬਾਅਦ ਇੱਕ ਰਿਪੋਰਟ ਹੋਰ ਜਿਹੜੀ ਹੈਗੀ ਹੈ, ਉਹ ਜਿਹੜੀ ਮੈਨੂੰ ਪ੍ਰਸ਼ਾਦ ਵੱਲੋਂ ਜਿਹੜੀ ਹੈਗੀ ਬਿਲਕੁਲ ਕੰਟਰਾਡਿਕਟਰੀ, ਉਸਦੇ ਉਲਟ ਲਿਖੀ ਹੋਈ ਹੈ। ਉਹ ਕਿਹਦੇ ਹੁਕਮ ਨਾਲ ਲਿਖੀ ਹੋਈ ਹੈ, ਇਹ ਬਹੁਤ ਵੱਡੀ ਹੈਰਾਨੀ ਵਾਲੀ ਗੱਲ ਹੈ। ਤੇ ਇਹ ਦੋਨੋਂ ਰਿਪੋਰਟਾਂ ਕਿਉਂਕਿ RTI ਦੇ ਵਿੱਚ ਸਾਨੂੰ ਮਿਲ ਚੁੱਕੀਆਂ, ਤਾਂ ਇਹ ਜਿਹੜਾ ਸਭ ਤੋਂ ਵੱਡਾ ਪੰਗਾ ਆਉਣ ਵਾਲੇ ਸਮੇਂ 'ਚ ਖੜਾ ਹੋਣ ਲੱਗਿਆ ਇਹ ਵੇਣੂ ਪ੍ਰਸ਼ਾਦ ਵਾਸਤੇ, ਨਾ ਕਿ ਨਵਜੋਤ ਸਿੰਘ ਸਿੱਧੂ ਵਾਸਤੇ। ਮੈਂ ਤਾਂ ਹੈਰਾਨ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੌਣ ਸਲਾਹ ਦਿੰਦਾ ਹੈ, ਕੌਣ ਉਹਦਾ ਗਾਈਡ ਹੈਗਾ, ਜਿਹੜਾ ਕਿ ਉਹਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਆਪਣੇ ਗਲ ਵਿੱਚੋਂ ਰੱਸਾ ਲਾ ਕੇ ਜਿਨ੍ਹਾਂ ਦਾ ਦੋਸ਼ ਉਹਨਾਂ ਦੇ ਗਲ ਵਿੱਚ ਪਾਵੇ। ਜੇ ਤਾਂ ਮੇਰੀ ਨੌਲੇਜ ਮੁਤਾਬਕ ਤਾਂ ਨਵਜੋਤ ਸਿੰਘ ਸਿੱਧੂ ਨੇ ਫਾਈਲ ਵਾਪਸ ਭੇਜੀ ਨਹੀਂ ਸੀਗੀ ਕਿ ਦੁਬਾਰਾ ਉੱਤੇ ਆਰਡਰ ਕੋਈ ਹੁੰਦਾ। ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਜਾਂ ਉਹਨਾਂ ਨੂੰ ਉਹਲੇ ਰੱਖ ਕੇ ਉਹ ਆਰਡਰ ਕੀਤਾ ਗਿਆ। ਜੇ ਉਹ ਆਰਡਰ ਕੀਤਾ ਗਿਆ ਪਰ ਵੇਣੂ ਪ੍ਰਸ਼ਾਦ ਦੀ ਗਲਤੀ ਹੈਗੀ ਹੈ। ਤਾਂ ਇਸ ਕਰਕੇ ਜੇ ਨਵਜੋਤ ਸਿੰਘ ਸਿੱਧੂ ਇਸ ਚੀਜ਼ ਨੂੰ ਦੱਸ ਦੇਵੇ ਕਿ ਉਹ ਫਾਈਲ ਜਿਹੜੀ ਹੈਗੀ ਸੀ ਵਾਪਸ ਭੇਜ ਦਿੱਤੀ ਗਈ ਸੀ, ਕਿਹਨੂੰ ਹੈਂਡਓਵਰ ਕੀਤੀ ਗਈ ਸੀ, ਤਾਂ ਇੱਥੋਂ ਆ ਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਆ। ਉਸ ਤੋਂ ਬਾਅਦ ਵੇਣੂ ਪ੍ਰਸ਼ਾਦ ਉਹਨਾਂ ਦਾ ਕੰਮ ਹੈ, ਔਰ ਡਾਇਰੈਕਟਲੀ ਫਸਣਾ ਵੀ ਉਹਨਾਂ ਨੇ ਹੈ। ਜੇ ਨਵਜੋਤ ਸਿੰਘ ਸਿੱਧੂ ਆ ਕੇ ਆਪਣੀ ਗੱਲ, ਇਸ ਕੇਸ ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਇਹਦੇ ਵਿੱਚ ਕੋਈ ਐਡੀ ਵੱਡੀ ਗੱਲ ਨਹੀਂ ਜੇ ਸੱਚ ਬੋਲਣਾ ਤਾਂ। ਹਾਂ, ਜੇ ਉਹਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਹੋਈ ਹੈ, ਕੋਈ ਸੈਕੰਡ ਆਰਡਰ ਹੈਗਾ, ਕਿਉਂਕਿ ਜਿਹੜਾ ਫਸਟ ਆਰਡਰ ਹੈ ਉਹਦਾ ਤਾਂ ਮੈਨੂੰ ਪਤਾ, ਮੇਰੇ ਕੋਲੇ ਵੀ ਹੈਗਾ, ਉਹਦੀ ਕਾਪੀ ਮੇਰੇ ਕੋਲ ਹੈਗੀ ਹੈ। ਹੁਣ ਜੇ ਕੋਈ ਇਹਨੇ ਸੈਕੰਡ ਆਰਡਰ ਉਹਦੇ ਤੇ ਕੀਤਾ ਹੋਇਆ ਦੁਬਾਰਾ ਬਣੀ ਹੋਈ ਰਿਪੋਰਟ ਤੇ, ਫਿਰ ਨਵਜੋਤ ਸਿੰਘ ਸਿੱਧੂ ਵੀ ਦੋਸ਼ੀ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਹਮਣੇ ਆਉਣ ਤੇ ਪਤਾ ਲੱਗਣੀਆਂ। ਸਾਡੇ ਕੋਲ ਤਾਂ ਸਿੰਗਲ ਆਰਡਰ ਪਹਿਲੇ ਹੈ। ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਆਪਣੇ ਜਿਹੜੇ ਕੀਤੇ ਹੋਏ ਗਲਤ ਕੰਮ ਜ਼ਿਆਦਾ ਜਿਹੜੇ ਹੈਗੇ ਆ, ਉਹਨਾਂ ਕਰਕੇ ਇਹ ਚੀਜ਼ ਹੋ ਰਹੀ ਹੈ ਕਿ ਇਹਦੇ ਤੋਂ ਸ਼ਾਇਦ ਕੋਈ ਹੋਰ ਆਰਡਰ ਨਾ ਦੁਬਾਰਾ ਕਰਾ ਲਏ ਹੁਣ। ਪਰ ਮੈਨੂੰ ਲੱਗਦਾ ਕਿ ਸਿਰਫ ਜਿਹੜਾ ਫਾਈਲ ਵਾਪਸ ਨਾ ਆਉਣ ਦੇ ਖਾਤੇ ਪਾ ਕੇ ਇਹਨਾਂ ਨੇ ਉਦੋਂ ਬਾਅਦ ਸਾਰਾ ਉਸ CLU ਦੇ ਕੇਸ ਨੂੰ ਮਨਜ਼ੂਰੀਆਂ ਦੇ ਕੇ ਉਹ ਬਿਲਡਿੰਗ ਜਿਹੜੀ ਹੈਗੀ ਦੁਬਾਰਾ ਉਹਦੇ ਵਿੱਚ ਕੰਸਟਰਕਸ਼ਨ ਹੋ ਕੇ ਉਹ 3 ਥਾਵਾਂ ਤੋਂ ਵਿਕ ਗਈ ਹੈ। ਤੇ ਸੇਖੋ ਸਾਹਿਬ, ਜੇ ਆਪਾਂ ਦੁਬਾਰਾ ਆਣਾ ਚਾਹੀਏ ਤੇ ਸਮਝਣ ਦੀ ਕੋਸ਼ਿਸ਼ ਇਹ ਕਰਨਾ ਚਾਹੀਏ ਕਿ ਦਰਅਸਲ ਇਹ ਪੂਰਾ ਮਾਮਲਾ ਸੀ ਕੀ, ਤੁਹਾਡੇ ਕੋਲ ਇਨਕੁਆਇਰੀ ਕਿਵੇਂ ਆਈ, ਤੁਸੀਂ ਇਸ ਪੜਤਾਲ ਦੇ ਵਿੱਚ ਕਿਵੇਂ ਪਏ। ਭਾਰਤ ਭੂਸ਼ਣ ਆਸ਼ੂ ਦੇ ਟੈਲੀਫੋਨ ਕਾਲ ਜੋ ਕਿ ਵਾਇਰਲ ਹੋਇਆ, ਉਸ ਤੋਂ ਬਾਅਦ ਦੀ ਕਹਾਣੀ ਸਾਰੇ ਜਾਣਦੇ ਨੇ, ਰੈਸਟ ਇਜ਼ ਵਾਟ ਦੇ ਸੇ ਹਿਸਟਰੀ। ਲੇਕਿਨ ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ, ਕਿਹੜੇ ਪੜਾਅ ਸੀ, ਕਿਵੇਂ ਤੁਹਾਡੇ ਕੋਲ ਕੇਸ ਆਇਆ, ਨਵਜੋਤ ਸਿੰਘ ਸਿੱਧੂ ਨੇ ਇਹਨਾਂ ਅਲੱਗ-ਅਲੱਗ ਸਟੇਜਿਸ ਦੌਰਾਨ ਤੁਹਾਡਾ ਕਿੰਨਾ ਕੁ ਸਾਥ ਦਿਆ, ਤੁਸੀਂ ਉਹਨਾਂ ਦੇ ਉੱਤੇ ਇੰਨਾ ਰਿਲਾਈ ਕਿਉਂ ਕੀਤੇ? ਮੈਂ ਦੱਸਦਾ, ਬਰੀਫ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਮੇਰੀ ਅਪਾਇੰਟਮੈਂਟ ਹੈ ਮਿਊਨਿਸਪਲ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਐਜ਼ DSP ਹੋਈ ਹੈ, ਤਾਂ ਲੋਕਲ ਬੋਡੀ ਦੇ ਅੰਡਰ ਆਉਂਦਾ ਤੇ ਮਿਨਿਸਟਰ ਸੀਗੇ ਨਵਜੋਤ ਸਿੰਘ ਸਿੱਧੂ। ਉੱਥੇ ਜਿਹੜੀਆਂ ਲੁਧਿਆਣੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਉਹ ਤਾਂ ਮੈਂ 2000 ਤੋਂ ਉੱਥੇ ਲੁਧਿਆਣੇ ਵਿੱਚ ਰਹਿ ਰਿਹਾ, ਤੇ ਮੈਨੂੰ ਸਭ ਪਤਾ ਕਿ ਉੱਥੇ ਇੱਕ ਬਿੰਦਰਾ ਨਾਮ ਦਾ ਜਿਹੜਾ ਹੈਗਾ, ਸੁਰਿੰਦਰ ਸਿੰਘ ਬਿੰਦਰਾ ਨਾਮ ਦਾ ਆਦਮੀ, ਉਦੋਂ ATP ਸੀ, ਅੱਜ ਕੱਲ੍ਹ MTP ਹੈਗਾ, ਹੁਣ ਤਾਂ ਉਹਦੇ ਪਰਚੇ ਪੁਰਚੇ ਹੋਰ ਵੀ ਹੋਏ ਆ। ਤਾਂ ਉਸ ਆਦਮੀ ਨੇ ਇੰਨੀਆਂ ਧਾਂਦਲੀਆਂ, ਇੰਨੀਆਂ ਗਲਤ ਕੰਮ ਕਰਵਾਏ ਹੋਏ ਆ, ਤੇ ਸਾਰੇ ਹੀ ਜਿਹੜੇ ਵੱਡੇ ਵੱਡੇ ਅਫਸਰ ਤੇ ਵੱਡੇ ਵੱਡੇ ਮੰਤਰੀ ਪਹਿਲਾਂ ਵਾਲੇ ਵੀ ਰਹੇ ਆ, ਉਹ ਸਾਰੇ ਉਹਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਦੇ ਵਿੱਚ ਮਤਲਬ ਸਾਰੇ ਦੇ ਸਾਰੇ ਫਸਦੇ ਹੈਗੇ ਆ। ਇਹ ਚੀਜ਼ਾਂ ਜੋ ਸਾਹਮਣੇ ਨਵਜੋਤ ਸਿੰਘ ਸਿੱਧੂ ਦੇ ਲਿਆਂਦੀਆਂ ਗਈਆਂ, ਇਹ ਉਦੋਂ ਨਜ਼ਰ ਲਈ ਬੜੀ ਵੱਡੀ ਗੱਲ ਸੀ। ਨਵਾਂ ਆਇਆ ਸੀ ਤੇ ਉਹ ਇਮਾਨਦਾਰੀ ਦਾ ਪੂਤ, ਜਾਂ ਇਹਦੀ ਜੋ ਰੈਪੂਟੇਸ਼ਨ ਹੈਗੀ ਹੈ, ਮੇਰੇ ਵਰਗੇ ਬੰਦੇ ਨੂੰ ਵੀ ਬਹੁਤ ਵੱਡੀ ਗੱਲ ਸੀ ਕਿ ਮਤਲਬ ਜੇ ਇਹ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਤਾਂ ਬਿਲਕੁਲ ਤਫਤੀਸ਼ ਠੀਕ ਕਰਨੀ ਚਾਹੀਦੀ ਹੈ। ਤੋਂ ਇੱਕ ਗ੍ਰੈਂਡ ਮੈਨਰ ਹੋਮ ਨਾਮ ਦੇ ਇੱਕ ਫਲੈਟ ਜਿਹੜੇ ਹੈਗੇ 128 ਜਾਂ 132 ਫਲੈਟ ਆ ਬਣ ਰਹੇ ਸੀਗੇ, ਉਸ ਬਿਲਡਿੰਗ ਦੇ ਜਿਹੜੇ CLU ਦੇ ਚੇਂਜ ਆਫ ਲੈਂਡ ਯੂਜ਼ ਦੀ ਦਿੱਕਤ ਸੀ ਉੱਥੇ, ਜਿਹਨਾਂ ਉਹਨਾਂ ਨੇ ਕੰਸਟਰਕਸ਼ਨ ਸਟਾਰਟ ਕਰ ਦਿੱਤੀ ਤੇ ਉਹਨਾਂ ਨੇ CLU ਬਾਅਦ ਚ ਕਰਾਇਆ। ਹੁਣ ਜਿੱਥੇ ਕੰਸਟਰਕਸ਼ਨ ਸਟਾਰਟ ਹੋ ਚੁੱਕੀ ਹੈ ਉਹ ਡਿਫਰੈਂਟ ਖਜ਼ਨਾ ਨੰਬਰ ਸੀ, ਜਿਹੜੀ CLU ਵਾਲੇ ਖਜ਼ਨਾ ਨੰਬਰ ਅਲੱਗ ਸੀ। ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਐਪਲੀਕੇਸ਼ਨ ਦੇ ਕੇ ਠੀਕ ਕਰਵਾ ਲਿਆ ਜਾਂਦਾ, ਪਰ ਸੁਰਿੰਦਰ ਬਿੰਦਰੇ ਹੋਰੀ ਹਮੇਸ਼ਾ ਹੀ ਐਵੇਂ ਕਰਦੇ, ਲੋਕਾਂ ਤੋਂ ਗਲਤ ਕੰਮ ਕਰਵਾਉਂਦੇ ਤਾਂ ਕਿ ਮੁੜ ਕੇ ਉਹਨਾਂ ਨੂੰ ਐਕਸਟੋਰਟ ਕਰਦੇ ਰਹਿਣ ਸਾਰੀ ਉਮਰ ਵਾਸਤੇ। ਤਾਂ ਉਹਨਾਂ ਨੇ ਉਹਨਾਂ ਨੂੰ ਕਹਿਤਾ ਕੋਈ ਗੱਲ ਨਹੀਂ, ਤੁਸੀਂ ਰਜਿਸਟਰੀ ਦਾ ਪੇਜ ਚੇਂਜ ਕਰਦੇ ਹੋ, ਖਜ਼ਨਾ ਨੰਬਰ ਲਿਖ ਕੇ ਕਿਹਨੇ ਪੁੱਛਣਾ ਇੱਥੋਂ। ਇੱਥੇ ਆ ਕੇ ਪ੍ਰੋਬਲਮ ਸਟਾਰਟ ਹੁੰਦੀ ਹੈ ਫਿਰ ਸਾਰੀ। ਇਹਨਾਂ ਨੇ ਉਹ ਇੱਕ ਜਾਲੀ ਪੇਜ ਬਣਾ ਕੇ ਰਜਿਸਟਰੀ ਦਾ, ਉਹ ਖਜ਼ਨਾ ਨੰਬਰ ਜਿਹੜੇ ਕਿ ਮਨਜ਼ੂਰ ਹੋਏ ਵੀ ਨਹੀਂ ਸੀਗੇ, ਜਿਨ੍ਹਾਂ ਦੀ ਬਿਲਡਿੰਗ ਬਣ ਰਹੀ ਸੀ, ਉਹ ਪੇਜ ਜਿਹੜਾ ਹੈਗਾ ਉਹਦੇ ਵਿੱਚ ਲਗਾ ਦਿੱਤਾ। ਹੁਣ ਉਹ ਮਾੜੀ ਕਿਸਮਤ ਨੂੰ ਦੋਨੋਂ ਹੀ ਜਿਹੜੀਆਂ ਰਿਪੋਰਟਾਂ, ਪਹਿਲੀ ਵੀ ਰਜਿਸਟਰੀ ਵੀ ਮਗਰਲੀ ਰਜਿਸਟਰੀ ਵੀ, ਉਹ ਫਾਈਲ ਦੇ ਵਿੱਚ ਲੱਗੀਆਂ ਰਹਿ ਗਈਆਂ। ਜਿਹੜਾ ਕਿ ਇੱਥੋਂ ਤੱਕ ਗੱਲ ਪਹੁੰਚਣੀ ਸੀ, ਇਹਦੇ ਵਿੱਚ ਕੀ ਕੁਝ ਹੋਣਾ ਸੀ ਤੁਹਾਡੇ ਸਾਹਮਣੇ ਆਪਾਂ ਬੈਠੇ। ਉਹ ਜਦੋਂ ਇਨਕੁਆਇਰੀ ਵਾਸਤੇ ਫਾਈਲ ਮੇਰੇ ਕੋਲ ਆਈ ਤਾਂ ਦੋਨੋਂ ਰਿਪੋਰਟਾਂ ਮੈਨੂੰ ਉਹਦੇ ਵਿੱਚੋਂ ਮਿਲ ਗਈਆਂ। ਉੱਥੋਂ ਹੀ ਫਿਰ ਅਗਲੀ ਗੱਲ ਸਾਰੀ ਸਟਾਰਟ ਹੋ ਗਈ। ਸਾਰਾ ਕੁਝ ਇਹਦੇ ਵਿੱਚ ਸੁਰਿੰਦਰ ਬਿੰਦਰੇ ਹੋਰਾਂ ਤੇ ਪੂਰੇ ਦੇ ਪੂਰਾ ਜਿਹੜਾ ਇੱਕ ਗਰੁੱਪ ਸੀ ਉਹਨਾਂ ਦਾ, ਅਫੀਸਰਸ ਦਾ, ਉਹਦੇ ਅੰਡਰ ਉਹ ਜਿਹੜੇ 4 ਜਾਂ 5 ਲੋਕ ਸੀ, ਉਹ ਵੀ ਮਤਲਬ ਚਾਰਜ ਸ਼ੀਟ ਵੀ ਹੋਏ ਆ। ਉਸ ਤੋਂ ਬਾਅਦ ਮੇਰੇ ਅਪਰੂਵਲ ਤੋਂ ਬਾਅਦ ਉਹਨਾਂ ਨੂੰ ਚਾਰਜ ਸ਼ੀਟ ਦੇ ਆਰਡਰ ਵੀ ਗਏ ਹੋਏ ਆ। ਤੁਸੀਂ ਇਹ ਸਮਝ ਲਓ ਵੀ ਉਹਦੇ ਤੇ ਐਕਸ਼ਨ ਵੀ ਸ਼ੁਰੂ ਹੋਇਆ ਹੈ, ਜਿਹੜੀ ਫਾਈਲ ਉਸ ਬਾਅਦ ਗੁੰਮੀ ਹੋਈ ਹੈ, ਕਿਉਂਕਿ ਉਹ ਇੰਨੇ ਸਟਰੋਂਗ ਲੋਕ ਹੈ, ਇੰਨਾ ਪੈਸਾ ਤੇ ਉਹਦਾ ਸਿਸਟਮ ਜੋ ਸੁਰਿੰਦਰ ਬਿੰਦਰੇ ਨੂੰ ਸਾਰੀ ਦੁਨੀਆ ਜਾਣਦੀ ਉਹ ਕੀ ਚੀਜ਼ ਹੈਗਾ। ਉਹ ਵੱਡੇ ਵੱਡੇ ਮੂੰਹ ਜਿਹੜੇ ਬੰਦ ਕਰ ਲੈਂਦਾ। ਹੁਣ ਵੀ ਉਹ 307 ਦੇ ਕੇਸ ਵਿੱਚੋਂ ਬਿਲਕੁਲ ਮੱਖਣੀ ਦੇ ਵਾਲ ਵਾਂਗੂ ਨਿਕਲਿਆ ਪੈਸਾ ਭਰ ਕੇ। ਉਸ ਬੰਦੇ ਦੀ ਕਾਰਗੁਜ਼ਾਰੀ ਕਰਕੇ ਤਾਂ ਜਿਹੜਾ ਹੈਗਾ ਆਪਣਾ ਆਸ਼ੂ ਵਿੱਚ ਆਇਆ, ਕਿਉਂਕਿ ਉਹ ਆਸ਼ੂ ਜਿਹੜਾ ਉਹਦਾ ਕਮਾਊ ਪੁੱਤ ਸੀਗਾ ਸੁਰਿੰਦਰ ਬਿੰਦਰਾ ਆਸ਼ੂ ਦਾ,
ਉਹ ਉਹਦੀ ਹਰ ਗੱਲ ਉਹ ਜਿਵੇਂ ਮੰਨਦਾ ਸੀ, ਤੇ ਕਿਉਂਕਿ ਸਿੰਧੂ ਬਿੰਦਰਾ ਜਦੋਂ ਮੇਰੇ ਕੋਲ ਆਇਆ ਉਹਨੂੰ ਪਤਾ ਲੱਗਿਆ ਵੀ ਇਹਨੇ ਛੱਡਣਾ ਨਹੀਂ ਹੈਗਾ, ਮੈਨੂੰ ਮਿੰਨਤਾਂ ਕੀਤੀਆਂ, ਪੈਸੇ ਦਾ ਲਾਲਚ ਦਿੱਤਾ। ਮੈਂ ਬਿਲਕੁਲ ਨਵਜੋਤ ਸਿੰਘ ਸਿੱਧੂ ਦੀ ਸਟਰੈਂਥ ਸੀ ਮੇਰੇ ਕੋਲ, ਤੇ ਮੈਂ ਕਿਹਾ ਵੀ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਹੈ, ਬਿਲਕੁਲ ਠੀਕ ਕਰਨਾ ਹੈ, ਕਿਉਂਕਿ ਇਹਦੇ ਵਿੱਚ ਮਤਲਬ ਬਹੁਤ ਮਿਨਿਸਟਰ ਦਾ ਸਟੇਕ ਲੱਗਿਆ ਹੋਇਆ। ਤਾਂ ਮੈਂ ਬਿਲਕੁਲ ਉਸ ਜਿਹੜੀ ਫੇਅਰ ਇਨਕੁਆਇਰੀ ਕੀਤੀ, ਕਿਉਂਕਿ ਜਿਸ ਤਰ੍ਹਾਂ ਦੀ ਨੌਕਰੀ ਦੀ ਸਾਡਾ ਪਿਛੋਕੜ ਹੈਗਾ, 30-32 ਸਾਲ ਮੇਰਾ ਡਿਪਾਰਟਮੈਂਟ 'ਚ ਮੈਂ ਰਿਹਾ, ਮੈਂ ਕਦੇ ਵੀ ਕਲੇਮ ਨਹੀਂ ਕੀਤਾ ਕਿ ਅਸੀਂ ਨੌਕਰੀ ਉਸ ਤਰੀਕੇ ਨਾਲ ਕੀਤੀ ਜਿਵੇਂ ਕਿ ਆਪਣੇ ਤੌਰ ਤੇ ਕੀਤੀ ਜਾਵੇ। ਹਮੇਸ਼ਾ ਸਿਸਟਮ ਦਾ ਪਾਰਟ ਰਹੇ ਹੈ, ਲੋੜ ਪੈਣ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਬਿਲਕੁਲ ਲੋੜ ਪੈਣ ਤੇ ਜਿੰਨਾ ਜਾਇਜ਼ ਜਿੰਨਾ ਕਰ ਸਕਦੇ ਸੀ ਕਰਦੇ ਵੀ ਰਹੇ, ਕੋਈ ਐਸੀ ਗੱਲ ਨਹੀਂ ਸੀ। ਬਟ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਸਟਰੈਂਥ ਸੀਗੀ, ਇਸ ਕਰਕੇ ਇਹ ਕੇਸ ਜਿਹੜਾ ਸੀ ਮੈਂ ਬਿਲਕੁਲ ਉਸ ਤਰੀਕੇ ਨਾਲ ਡੀਲ ਕੀਤਾ ਜਿਵੇਂ ਕਿ ਬਿਲਕੁਲ 100% ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਪਰ ਉਸ ਤੋਂ ਬਾਅਦ ਇਹਦਾ ਜਿਹੜਾ ਰੂਪ ਸਾਹਮਣੇ ਆਇਆ, ਜਦੋਂ ਇਹ ਹਾਲਾਤ ਬਣੇ, ਜਦੋਂ ਇਹ ਫਾਈਲ ਉੱਥੇ ਆਈ, ਅਖਬਾਰਾਂ 'ਚ ਆ ਗਈ, ਰੌਲਾ ਪੈ ਗਿਆ ਵੀ ਇਹ 'ਚ ਤਾਂ 3 IAS ਇਨਵੋਲਵ ਹੈ, ਉਦੋਂ ਫਿਰ ਜਿਹੜੇ ਸਿੱਧੂ ਸਾਹਿਬ ਦੇ ਜਿਹੜੇ ਪੈਰਾਂ ਥੱਲੇ ਜਿਹੜੀ ਜ਼ਮੀਨ ਨਿਕਲ ਗਈ। ਫਿਰ ਉਹ ਇਹਨੇ ਮੈਨੂੰ ਮਤਲਬ ਇਹ ਤਾਂ ਸਟਾਰਟਿੰਗ ਦੇ ਵਿੱਚ ਹੀ ਹੋ ਗਿਆ ਨਾ, 7ਵੇਂ ਮਹੀਨੇ 'ਚ ਇਹਨੇ ਮੈਨੂੰ ਕਾਲ ਕੀਤੀ, ਉਸੇ ਦਿਨ ਹੀ ਮੈਂ ਇਹਨਾਂ ਨੂੰ ਜਾ ਕੇ ਕਨਵੇ ਕਰ ਦਿੱਤਾ। ਜਿਹੜੀ ਇਨਕੁਆਇਰੀ ਕੰਪਲੀਟ ਹੁੰਦੀ ਹੈ ਉਹ 5 ਮਹੀਨੇ ਬਾਅਦ ਹੁੰਦੀ ਹੈ। ਮੈਂ ਇਹਨੂੰ ਉਸ ਦਿਨ ਪੁੱਛ ਲਿਆ ਸੀਗਾ ਵੀ ਆਹ ਹਾਲਾਤ ਹੈਗੇ ਆ, ਇਸ ਤਰ੍ਹਾਂ ਦੇ ਮੈਨੂੰ ਫੋਨ ਆਏ ਆ, ਤੁਸੀਂ ਇਹਦੇ ਤੇ ਕੀ ਕਹਿਣਾ ਹੈ। ਇਹਨੇ ਫਿਰ ਕਿਹਾ ਵੀ ਇਸ ਤਰ੍ਹਾਂ ਪਾਰਟੀ ਬਾਜੀ ਦਾ ਸਿਸਟਮ ਹੈ, ਮੇਰੀ ਪਾਰਟੀ ਹੈ, ਮੈਂ ਡਾਇਰੈਕਟਲੀ ਤਾਂ ਨਹੀਂ ਸ਼ਾਇਦ ਇਹਦੇ 'ਚ ਤੇਰੇ ਨਾਲ ਖੜੂੰਗਾ, ਪਰ ਮੈਂ ਤੈਨੂੰ ਬਿਲਕੁਲ ਸਪੋਰਟ ਵੀ ਕਰੂੰਗਾ, ਔਰ ਬੈਕ ਤੋਂ ਜਿਹੜਾ ਹੈਗਾ ਬਿਲਕੁਲ ਤੇਰੇ ਨਾਲ ਹਰ ਜਗ੍ਹਾ ਖੜਾ, ਤੂੰ ਬਿਲਕੁਲ ਫੇਰ ਹੋ ਕੇ ਕੰਮ ਕਰ ਇਹਦੇ ਵਿੱਚ। ਨਹੀਂ ਤਾਂ ਜੇ ਉਦੋਂ ਹੀ ਮੈਨੂੰ ਰੋਕਦਾ ਤਾਂ ਨੈਚੁਰਲੀ ਮੈਂ ਇਹਨੂੰ ਡਿਫਰੈਂਟਲੀ ਦੇਖਦਾ ਜਿਹੜੀ ਵੀ ਚੀਜ਼ ਸੀਗੀ। ਪਰ ਜਦੋਂ ਇਹਨੇ ਕਿਹਾ ਵੀ ਕੋਈ ਗੱਲ ਨਹੀਂ, ਇਸ ਦੇ ਬਾਵਜੂਦ ਵੀ ਮੈਂ ਤੇਰੇ ਨਾਲ ਖੜਾ ਹੈਗਾ, ਤਾਂ ਉੱਥੋਂ ਫਿਰ ਸ਼ੁਰੂ ਹੁੰਦਾ ਨਾ ਬੇਸਿਕਲੀ। ਜੇ ਆਪਾਂ ਕਹਿੰਦੇ ਆਪਾਂ ਜ਼ੁਬਾਨ ਵਾਲੇ ਆ, ਅਸੀਂ ਇਮਾਨਦਾਰ ਆ, ਅਸੀਂ ਇੱਕ ਥਾਪੜ ਕੇ ਵੱਡੀਆਂ ਗੱਲਾਂ ਕਰਦੇ ਆ, ਲੋੜ ਪੈਣ ਤੇ ਜਿਹੜਾ ਹੈਗਾ ਤੁਸੀਂ ਜਿਹੜਾ ਇੱਕ ਠੀਕ ਕੰਮ ਕਿਸੇ ਤੋਂ ਕਰਵਾ ਕੇ ਉਹਦੇ ਪਿੱਛੇ ਸਟੈਂਡ ਵੀ ਨਹੀਂ ਲੈ ਸਕਦੇ। ਮੈਂ ਤਾਂ ਉਸ ਤੋਂ 5 ਮਹੀਨੇ ਬਾਅਦ ਜਿਹੜੀ ਹੈਗੀ ਰਿਪੋਰਟ ਫਾਈਨਲ ਕੀਤੀ ਹੈ। ਜਿਸ ਦਿਨ ਰਿਪੋਰਟ ਫਾਈਨਲ ਕੀਤੀ ਉਹਦੇ DGP ਨੂੰ ਜਿਹੜੀ ਹੈਗੀ ਦਰਖਾਸਤ ਦਿੱਤੀ ਮੈਂ। DGP ਤਾਂ ਕਹਾਂ ਦਿਨਕਰ ਗੁਪਤਾ ਜੀ ਲੱਗੀ ਹੋਈ ਸੀ, ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਹਾਲਾਤ ਉਦੋਂ ਸੀਗੇ, ਉਹ ਤਾਂ ਆਪ ਵਰਦੀਆਂ ਪਾ ਕੇ ਰੂਸ ਆਲਮ ਦੀ ਕੁਚਰ 'ਚ ਬੈਠੇ ਹੁੰਦੇ ਸੀਗੇ, ਤੇ ਉਹੋ ਜਿਹੇ ਬੰਦਿਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਸੀ ਵੀ ਸਾਨੂੰ ਕੋਈ ਇਨਸਾਫ ਦੇਣਗੇ। ਉਦੋਂ ਨਵਜੋਤ ਸਿੰਘ ਸਿੱਧੂ ਦਾ ਹੀ ਸੀਗਾ, ਸਾਨੂੰ ਆਸਰਾ ਵੀ ਕੋਈ ਦਿੱਕਤ ਨਹੀਂ ਹੈਗੀ। ਬਟ ਜਦੋਂ ਇਹ ਰੌਲਾ ਪਿਆ, ਜਦੋਂ ਇਹ ਮਤਲਬ ਆਹ ਚੇਂਜਸ ਹੋਈਆਂ, ਜਿਹੜੀਆਂ ਮੰਤਰੀ ਜਿਹੜੇ ਬਦਲਤੇ, ਤੇ ਜਦੋਂ ਪੰਗਾ ਪਿਆ ਤਾਂ ਫਿਰ ਜਿਹੜੀ ਬਦਲੀ ਇਹਦੀ ਹੈਗੀ ਹੈ ਨਵਜੋਤ ਸਿੱਧੂ ਦੀ, ਇਸ ਰੀਜ਼ਨ ਕਰਕੇ ਹੋਈ ਸੀਗੀ। ਨਾਲ ਹੀ ਉਸੇ ਦਿਨ ਹੀ ਮੈਨੂੰ ਸੇਮ ਇੱਕੇ ਦਿਨ 'ਚ ਬਦਲਿਆ ਗਿਆ। ਤੇ ਉਸ ਤੋਂ ਬਾਅਦ ਫਿਰ ਇਹਨੇ ਜਿਹੜਾ ਨਵਾਂ ਮੰਤਰੀ ਆਉਂਦਾ ਇਹਨੂੰ ਮਿਲਿਆ, ਉਹਨੇ ਜੁਆਇਨ ਨਹੀਂ ਕੀਤਾ। ਉਸ ਤੋਂ ਬਾਅਦ ਅਜੀਬ ਹੀ ਸਿਸਟਮ ਰਿਹਾ ਇਹਦਾ। ਨਹੀਂ ਤਾਂ ਜੇ ਸਿਸਟਮ ਦੇ ਵਿੱਚ ਰਹਿੰਦਾ ਹੈ ਤਾਂ ਕੋਈ ਐਡੀ ਗੱਲ ਨਹੀਂ ਸੀ, ਚੀਜ਼ਾਂ ਸਿਰੇ ਲੱਗ ਜਾਂਦੀਆਂ ਹੁੰਦੀਆਂ। ਪਰ ਇਹਨੇ ਅਜੀਬ ਜਿਹਾ ਵਿਹਾਰ ਕਰਕੇ ਉਦੋਂ ਬਾਅਦ ਤੁਹਾਨੂੰ ਪਤਾ 1.5-2 ਸਾਲ ਦਾ ਬੋਲੇ ਨਹੀਂ ਸੀ, ਗੁੰਮਨਾਮ ਵੀ ਚਲਾ ਗਿਆ ਸੀਗਾ। ਤੇ ਉਦੋਂ ਵੀ ਮੈਂ ਚਲੋ ਸੋਚਦਾ ਸੀ ਵੀ ਇਹਨੇ ਮੌਨ ਧਾਰਿਆ ਹੋਇਆ, ਤਾਂ ਜਦੋਂ ਬੋਲੂਗਾ ਸ਼ਾਇਦ ਹੋ ਸਕਦਾ ਉਦੋਂ ਆਪਣੇ ਹੱਕ 'ਚ ਕੋਈ ਗੱਲ ਕਰੂਗਾ ਵੀ ਇਹ ਮੈਂ ਠੀਕ ਕੰਮ ਕਰਵਾਇਆ ਹੋਇਆ। ਪਰ ਜਦੋਂ ਬੋਲਣ ਲੱਗਿਆ ਇਹ, ਫਿਰ ਇਹਨੇ ਬਹੁਤ ਕੁਝ ਬੋਲਿਆ, ਪਰ ਨਹੀਂ, ਮੇਰਾ ਨਾਮ ਅੱਜ ਤੱਕ ਇਹਦੇ ਮੂੰਹ ਤੋਂ ਮੈਂ ਕਦੇ ਵੀ ਸੁਣਿਆ ਨਾ ਨੇ ਕਦੇ ਕਿਹਾ। ਤਾਂ ਫਿਰ ਉਸ ਤੋਂ ਬਾਅਦ ਮੈਂ ਥੋੜਾ ਸਮਾਂ ਵਿਚਾਰ ਕੇ ਫਿਰ ਮੈਂ ਆਪਣਾ ਹੌਲੀ ਇਸ ਚੀਜ਼ ਤੇ ਬੋਲਣਾ ਸ਼ੁਰੂ ਕੀਤਾ। ਫਿਰ ਜਦੋਂ ਦੇਖਿਆ ਕਿ ਇਹਨੇ ਬਿਲਕੁਲ ਬੇਸ਼ਰਮੀ ਧਾਰ ਲਈ ਹੈ, ਫਿਰ ਜਦੋਂ ਇਹ ਪ੍ਰਧਾਨ ਬਣ ਗਿਆ ਉਦੋਂ ਬਾਅਦ ਸਿੱਧਾ ਆਸ਼ੂ ਦੇ ਘਰ ਗਿਆ। ਫਿਰ ਉਸ ਤੋਂ ਬਾਅਦ ਮੈਂ ਖੁੱਲ ਕੇ ਬਿਲਕੁਲ ਇਹਦੇ ਬਾਰੇ ਮਤਲਬ ਜਿਹੜਾ ਓਪਨਲੀ ਜੋ ਕੁਝ ਸੀਗਾ, ਜੋ ਮੇਰੇ ਧਿਆਨ 'ਚ ਦੀਆਂ ਕਰਪਸ਼ਨ ਸੀਗੀਆਂ, ਜੋ ਉਹਦਾ ਬੇਸਿਕ ਕਰੈਕਟਰ ਹੈਗਾ, ਫਿਰ ਮੈਂ ਲੋਕਾਂ ਅੱਗੇ ਲਿਆਉਣ ਲੱਗੇ। ਫਿਰ ਮੈਂ ਕੋਈ ਗੁਰੇਜ਼ ਨਹੀਂ ਕੀਤਾ, ਕਿਉਂਕਿ ਜਿਹੜਾ ਬੰਦਾ ਕਿਸੇ ਦੀ ਪਿੱਠ ਵਿੱਚ ਛੁਰਾ ਮਾਰਨ ਲੱਗਿਆ ਗੁਰੇਜ਼ ਨਹੀਂ ਕਰਦਾ, ਤਾਂ ਉਹਦਾ ਲਿਹਾਜ਼ ਕਰਨਾ ਜਿਹੜਾ ਹੈਗਾ ਉਹ ਕਿਸੇ ਐਥਿਕਸ ਵਿੱਚ ਨਹੀਂ ਆਉਂਦਾਗਾ। ਜਿਹੜਾ ਕੋਈ ਚੰਗੀ ਗੱਲ ਹੈ ਕਿਸੇ ਚੰਗੇ ਬੰਦੇ ਨਾਲ ਕੀਤੀ ਜਾ ਸਕਦੀ ਹੁੰਦੀ ਹੈ। ਤੇ ਹੁਣ ਜਿਹੜਾ ਹਾਲ ਡਰਾਮਾ ਇਹ ਕਰ ਰਿਹਾ, ਉਹਦੇ ਵਿੱਚ ਇਹ ਵੇਣੂ ਪ੍ਰਸ਼ਾਦ ਨੂੰ ਬਚਾ ਰਿਹਾ ਹੈ, ਜਾਂ ਆਸ਼ੂ ਨੂੰ ਬਚਾ ਰਿਹਾ ਹੈ, ਜਾਂ ਆਪਣੇ ਆਪ ਨੂੰ ਬਚਾ ਰਿਹਾ ਹੈ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ ਦੇਖੋ ਕੱਲ ਦੇ ਬਾਅਦ ਇੱਕ ਹਾਈ ਕੋਰਟ ਦਾ ਆਰਡਰ ਆ ਗਿਆ, ਹਾਈ ਕੋਰਟ 'ਚ ਵੀ ਚਲਾ ਗਿਆ। ਹਾਈ ਕੋਰਟ ਨੇ ਵੀ ਉਸੇ ਟਾਈਮ ਉਹਦੀ ਐਪਲੀਕੇਸ਼ਨ ਚਲਾ ਕੇ ਮਾਰੀ ਹੈ, ਉਸੇ ਟਾਈਮ ਇਨਫੈਕਚੁਅਸ ਕਰ ਦਿੱਤੀ ਹੈ। ਤੇ ਹੁਣ ਇਹਦੇ ਕੋਲ 28 ਤਰੀਕ ਨੂੰ ਪੇਸ਼ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ, ਬਸ਼ਰਤੇ ਕਿ 1-2 ਵਾਰੀ ਹੋਰ ਬਿਮਾਰ ਹੋ ਜਾਵੇ। ਤੇ ਇਸ ਕਰਕੇ ਜੇ 2 ਵਾਰੀ ਜਾਂ 3 ਵਾਰੀ ਹੋਰ ਬਿਮਾਰ ਵੀ ਹੋਣਾ ਹੋਵੇ ਤਾਂ ਸਾਨੂੰ ਕੋਈ ਚਿੰਤਾ ਨਹੀਂ ਹੈਗੀ। ਇਹਨੇ ਆਪਣਾ ਜੇ ਜਲੂਸ ਜਿੰਨਾ ਕਢਾਉਣਾ ਕਢਾਵੇ, ਪਰ ਜਦੋਂ ਉੱਥੇ ਆ ਕੇ ਸਾਹਮਣੇ ਇਹਦੇ ਕਾਗਜ਼ ਰੱਖੇ ਜਾਣਗੇ ਉਦੋਂ ਤਾਂ ਫਿਰ ਇਹਨੂੰ ਪਸੀਨਾ ਆਊਗਾ ਸਰਦੀ ਦੇ ਮੌਸਮ ਦੇ ਵਿੱਚ ਵੀ, ਮੈਨੂੰ ਮੇਰਾ ਖਿਆਲ ਹੈ। ਤੇ ਬਾਕੀ ਕੁਝ ਚੀਜ਼ਾਂ ਜੇ ਸਾਹਮਣੇ ਹੈ, ਤੇ ਜਦੋਂ ਇਹ ਚੀਜ਼ਾਂ ਕਨਫਰੰਟ ਹੋਣਗੀਆਂ ਤਾਂ ਉਦੋਂ ਬਾਅਦ ਤਾਂ ਫਿਰ ਵੇਣੂ ਪ੍ਰਸ਼ਾਦ ਨੂੰ ਵੀ ਬੁਲਾਉਣਾ ਹੈ। ਵੇਣੂ ਪ੍ਰਸ਼ਾਦ ਦੀ ਗਵਾਹੀ ਜਿਹੜੀ ਹੈਗੀ ਡੈਫਰ ਕੀਤੀ ਹੋਈ ਹੈ, ਅੱਧੀ ਗਵਾਹੀ ਲਿਖੀ ਹੋਈ ਹੈ, ਬਾਕੀ ਦੀ ਗਵਾਹੀ ਇਸ ਕਰਕੇ ਛੱਡੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਕਹਿੰਦਾ ਆ ਕੇ। ਜਦੋਂ ਇਹ ਆਪਣੇ ਬਿਆਨ ਦੇਊਗਾ ਫਿਰ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਊਗਾ। ਤੇ ਅਜੇ ਬੜਾ ਇੰਟਰਸਟਿੰਗ ਟਾਈਮ ਪੰਜਾਬ ਦੇ ਲੋਕ ਵੇਖਣਗੇ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ। ਅਜੇ ਬਹੁਤ ਕਈ ਡਿਵੈਲਪਮੈਂਟਸ ਜਿਹੜੀਆਂ ਹੈਗੀਆਂ ਇਸ ਕੇਸ ਨੂੰ ਵੇਖਣ ਨੂੰ ਮਿਲਣਗੀਆਂ, ਜਿਹਦੇ ਬਾਰੇ ਅੱਜ ਕੁਝ ਨਹੀਂ ਕਿਹਾ ਜਾ ਸਕਦਾ ਜੀ। ਦੇਖੋ ਸਾਹਿਬ, ਜੇ ਇਸ ਮੈਂ ਮਾਮਲੇ ਨੂੰ ਸਹੀ ਸਮਝ ਪਾ ਰਿਹਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਤਾਂ ਇੰਜ ਪ੍ਰਤੀਤ ਹੋ ਰਿਹਾ ਕਿ ਆਪਣੇ ਸਿਆਸੀ ਸਾਥੀ ਕਹਿ ਲਈਏ, ਪਾਰਟੀ ਗੁਲੀ ਕਹਿ ਲਈਏ, ਉਹਨਾਂ ਨੂੰ ਬਚਾਉਣ ਦੇ ਚੱਕਰਾਂ ਵਿੱਚ ਜਾਂ ਉਹਨਾਂ ਦੇ ਖਿਲਾਫ ਕਿਤੇ ਨਵਜੋਤ ਸਿੰਘ ਸਿੱਧੂ ਨਾ ਭੁਗਤ ਜਾਣ, ਜਾਂ ਫਿਰ ਉਹ ਇਸ ਕੇਸ ਦੇ ਵਿੱਚ ਕੁਝ ਅਜਿਹੇ ਵਿਟਨੈਸ ਦੇ ਤੌਰ ਤੇ ਖੁਦ ਕੜੀਕੀ 'ਚ ਨਾ ਪਾ ਜਾਣ। ਸ਼ਾਇਦ ਇਸ ਗੱਲੋਂ ਉਹ ਇਸ ਵਕਤ ਚਾਲੂ ਹੋ ਰਹੇ ਹੈਗੇ ਨੇ। ਨਵਜੋਤ ਸਿੰਘ ਸਿੱਧੂ ਦੀ ਦੁਚਿੱਤੀ ਇਹ ਹੈ ਕਿ ਉਹ ਆਪਣੇ ਪਾਰਟੀ ਦੇ ਹੋਰ ਕਲੀਗਸ ਦੇ ਅਗੇਂਸਟ ਨਹੀਂ ਜਾਣਾ ਚਾਹੁੰਦੇ, ਲੇਕਿਨ ਬੁੜਦੇ ਤੌਰ ਤੇ ਜਿਹੜਾ ਪੂਰਾ ਦਾ ਪੂਰਾ ਸੋ ਕਾਲਡ ਬੇਨਿਜਮੀ ਹੈ, ਰੈਗੂਲੈਰਿਟੀ ਹੈ, ਜਿਸ ਦੀ ਪੜਤਾਲ ਤੁਸੀਂ ਕੀਤੀ, ਇਹ ਬੇਸਿਕਲੀ ਤਾਂ ਅਫਸਰਾਂ ਦੀ, ਅਫਸਰਸ਼ਾਹੀ ਦੀ, ਲੋਕਲ ਲੈਵਲ ਦੇ ਉੱਤੇ ਮਿਊਨਿਸਿਪਲ ਕਾਰਪੋਰੇਸ਼ਨ ਹੋਵੇ ਜਾਂ ਟਾਊਨ ਪਲੈਨਿੰਗ ਲੈਵਲ ਦੇ ਜਿਹੜੇ ਅਫਸਰ ਹੋਣਗੇ,
ਉਹਨਾਂ ਦੇ ਲੈਵਲ ਦੀ ਬੇਨਿਜਮੀ ਹੈ ਜਿਨ੍ਹਾਂ ਦੇ ਲਈ ਇੱਕ ਪੋਲੀਟੀਸ਼ੀਅਨ ਨੂੰ ਜਾਂ ਇੱਕ ਸਾਬਕਾ ਮੰਤਰੀ ਨੂੰ ਇਸ ਤਰੀਕੇ ਦੇ ਸਟੈਂਡ ਲੈਣ ਦੀ ਮੈਨੂੰ ਲੱਗਦਾ ਨਾ ਲੋੜ ਸੀ ਨਾ ਗੁੰਜਾਇਸ਼ ਸੀ। ਸ਼ਾਇਦ ਇਹੀ ਗੱਲ ਹੈ। ਉਹਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਟੋਟਲ 22 ਬੰਦੇ ਇਨਵੋਲਵ ਸੀ, ਜਿਹਦੇ ਚ ਤਹਿਸੀਲਦਾਰਾਂ ਦੀ ਪੂਰੀ ਟੀਮ ਸੀ, ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੇ ਪਟਵਾਰੀ ਤੇ ਕਾਨੂੰਗੋ ਸੀਗੇ, ਜਿਹੜੀ ਆਹ ਟੀਮ ਸੀਗੀ ਜਿਹੜੀ ਸੁਰਿੰਦਰ ਬਿੰਦਰੇ ਦੀ ਪੂਰੀ ਟੀਮ ਸੀ, ਫਿਰ ਹੈੱਡਕੁਆਟਰ ਤੇ ਬੈਠੀ ਟੀਮ ਸੀਗੀ, ਉਹ ਇੱਕ ਗੌਤਮ ਨਾਮ ਦਾ ਜਿਹੜਾ ਇੱਥੋਂ ਦਾ STP ਸੀਗਾ, ਉਹਦੀ ਪੂਰੀ 4-5 ਬੰਦਿਆਂ ਦੀ ਟੀਮ ਸੀ। ਇਹ 15-16 ਲੋਕ ਤਾਂ ਇਹੀ ਸੀਗੇ ਜਿਹੜੇ ਉਹ ਬੈਨੀਫਿਸ਼ਰੀ ਜਿਹੜੇ ਸੀਗੇ, 4 ਮਾਲਕ ਸੀਗੇ ਉਹਨਾਂ ਦਾ ਸੀਗਾ। ਤੇ ਇਸ ਤੋਂ ਇਲਾਵਾ ਜਿਹੜੇ 3 ਜਿਹੜੇ ਹੈਗੇ IAS ਅਫਸਰ ਹੈ, ਕਿਉਂਕਿ ਇਹ ਤਾਂ ਮੈਂ ਇੱਕ ਗਜ਼ਟਡ ਅਫਸਰ ਦੇ ਹੁੰਦਿਆਂ ਹੋਇਆ ਫਿਰ ਵੀ ਮੈਂ IAS ਅਫਸਰ ਦੇ ਖਿਲਾਫ ਡਾਇਰੈਕਟਲੀ ਕਾਰਵਾਈ ਕਰਨ ਵਾਸਤੇ ਨਹੀਂ ਕਹਿ ਸਕਦਾ। ਉਹਦੇ ਵਿੱਚ ਰਿਕਮੈਂਡੇਸ਼ਨ ਕੀਤੀ ਗਈ ਸੀ ਵੀ ਇਹਨਾਂ ਕਿਉਂਕਿ IAS ਅਫਸਰ ਨੇ ਆਹ ਹਾਲਾਤ ਸਾਹਮਣੇ ਲਿਆਂਦੇ ਆ, ਰੋਲ ਇਹਨਾਂ ਦਾ ਸਾਹਮਣੇ ਲੈ ਆਂਦਾ, ਇਹਦੇ ਤੇ ਜੋ ਮਤਲਬ ਕਾਰਵਾਈ ਕਰਨੀ ਬਣਦੀ ਹੈ, ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨੂੰ ਕਰਨੀ ਚਾਹੀਦੀ ਹੈ। ਇਹ ਰਿਕਮੈਂਡੇਸ਼ਨ ਸੀ। ਔਰ ਤੁਹਾਨੂੰ ਮੈਂ ਹੋਰ ਐਡ ਕਰਦੇ ਹਾਂ ਕਿ ਇਨਕੁਆਰੀ ਇਹ ਸਿੰਗਲ ਨਹੀਂ ਹੈਗੀ ਸੀ। ਇਸ ਇਨਕੁਆਰੀ ਨੂੰ ਇੱਕ ਪੈਰਲਰ ADC ਜਿਹੜੇ ਹੈਗੇ ਲੁਧਿਆਣਾ ਤੋਂ ਮਿਸਟਰ ਸੰਧੂ ਨੇ, ਨਾਮ ਮੇਰੇ ਦਿਮਾਗ ਚੋਂ ਉਹਨਾਂ ਦਾ ਪੂਰਾ ਨਿਕਲਦਾ, ਉਹਨਾਂ ਨੇ ਵੀ ਨਾਲ ਕੀਤਾ ਹੋਇਆ ਸੀ। ਤੇ ਕਲੱਬ ਹੋ ਕੇ ਦੋਨੋਂ ਇਨਕੁਆਰੀਆਂ ਆਈਆਂ ਸੀ। ਇੱਕ ADC ਦੀ ਇਨਕੁਆਰੀ ਸੀ ਜਿਹੜੀ ਬਿਲਕੁਲ ਸੇਮ ਜੋ ਮੈਂ ਕਹਿ ਰਿਹਾ ਸੀ ਉਹਦੇ ਮੁਤਾਬਕ ਸੀਗੀ, ਤੇ ਇੱਕ ਮੇਰੀ ਸੀਗੀ। ਇਹਨਾਂ ਦੋਨਾਂ ਨੂੰ ਇਕੱਠੇ ਅਪਰੂਵ ਕੀਤਾ ਸੀਗਾ। ਉਹਨਾਂ ਦੇ ਜਿਹੜੇ ਹੈਗੇ ਸੀ ਤਹਿਸੀਲਦਾਰ ਵਗੈਰਾ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਨ ਵਾਸਤੇ FCR ਨੂੰ ਲਿਖ ਦਿੱਤਾ ਗਿਆ ਸੀ। ਜਿਹੜੇ ਬਾਕੀ ਜਿਹੜੇ ਲੋਕਲ ਬੋਡੀ ਦੇ ਮੁਲਾਜ਼ਮ ਸੀ, ਕਾਰਪੋਰੇਸ਼ਨ ਵਾਲੇ ਵੀ ਤੇ ਹੈੱਡਕੁਆਟਰ ਵਾਲੇ ਵੀ, ਉਹਨਾਂ ਦੇ ਖਿਲਾਫ ਪ੍ਰਿੰਸੀਪਲ ਸੈਕਟਰੀ ਨੂੰ ਲਿਖ ਦਿੱਤਾ ਗਿਆ ਸੀ ਵੀ ਇਹਨਾਂ ਦੇ ਖਿਲਾਫ ਚਾਰਜਸ਼ੀਟ ਕੀਤੀ ਜਾਵੇ। ਔਰ ਉਹ ਚਾਰਜਸ਼ੀਟ ਕੀਤੇ ਵੀ ਹੋਏ ਆ। ਇਹ ਨਹੀਂ ਕਿ ਚਾਰਜਸ਼ੀਟਾਂ ਜਾਰੀ ਵੀ ਹੋ ਗਈਆਂ ਸੀਗੀਆਂ। तो मतलब ये कोई ਇਹਦੇ ਵਿੱਚ ਕੋਈ ਬਚਾਅ ਦਾ ਰਸਤਾ ਕਿਸੇ ਦਾ ਨਹੀਂ ਹੈਗਾ। ਇਨਕੁਆਰੀ ਜੇ ਕੋਈ ਪੈਰਵਾਈ ਕਰਨ ਵਾਲਾ ਮੇਰੇ ਵਰਗਾ ਨਾ ਹੁੰਦਾ ਫਿਰ ਤਾਂ ਕੋਈ ਗੱਲ ਨਹੀਂ ਸੀ, ਕਿਹਨੇ ਪੁੱਛਣਾ ਸੀਗਾ। ਮੇਰੇ ਕੋਲ ਤਾਂ ਬੀਕੇ ਇਨਕੁਆਰੀ ਅਫੀਸਰ ਰਿਪੋਰਟ ਸਾਰੀ ਫਾਈਲ ਹੈਗੀ ਮੇਰੇ ਕੋਲ ਜੀ। ਲੇਕਿਨ ਜਿਹੜੀਆਂ ਸਿਆਸੀ ਕੰਪਲਸ਼ਨਸ ਹੁੰਦੀਆਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਕੰਪਰੋਮਾਈਜ਼ ਕਰਨ ਜਾਂ ਝੁਕਣ ਲਈ ਇਹਨਾਂ ਤਾਕਤਾਂ ਅੱਗੇ ਮਜਬੂਰ ਕਰਤਾ। ਲੇਕਿਨ ਅੱਜ ਜਦੋਂ ਜੇਲ੍ਹ ਦੇ ਵਿੱਚ ਬੈਠ ਕੇ ਚਿੰਤਨ ਮੰਥਨ ਕਰਦੇ ਹੋਣਗੇ, ਤੁਹਾਡੇ ਹਿਸਾਬ ਨਾਲ ਅੱਜ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਗੱਲਾਂ ਬਾਤਾਂ ਹੈਗੀਆਂ, ਇਹ ਕੰਸਰਨਸ ਹੋਣੇ ਚਾਹੀਦੇ ਨੇ? ਲੱਖੀ ਜੀ, ਆਪਾਂ ਗੱਲ ਗੈਰਤਾ ਤੇ ਜ਼ਮੀਰਾਂ ਦੀ ਕਰਦੇ ਹਾਂ, ਜਿਹੜਾ ਕਿ ਇਸ ਸਿਆਸਤ ਦੇ ਸਿਸਟਮ ਦੇ ਨਾਲ ਕਿਤੇ ਨੇੜੇ ਤੇੜੇ ਦਾ ਰਿਸ਼ਤਾ ਨਹੀਂ ਹੈਗਾ। ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਕਲੇਮ ਕਰਦਾ ਹੈ, ਹਿੱਕ ਥਾਪੜ ਕੇ ਕਹਿੰਦਾ ਵੀ ਮੈਂ ਇਮਾਨਦਾਰ ਹਾਂ, ਜੋ ਕਿ ਨੇੜੇ ਤੇੜੇ ਵੀ ਨਹੀਂ ਹੈਗਾ, ਨਾ ਉਹ ਗੈਰਤਮੰਦ ਹੈਗਾ। ਨੇੜੇ ਤੇੜੇ ਜਿਹੜੀ ਇਹਦੇ ਕੋਈ ਸਰਕਲ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕੋਈ ਇਹੋ ਜਿਹਾ ਪੋਲੀਟੀਕਲ ਬੰਦਾ ਹੋਵੇ ਜਿਹਦੇ ਨਾਲ ਇੱਕ ਬੰਦਾ ਵੀ ਸਾਥੀ ਨਾ ਹੋਵੇ। ਇਹਦੇ ਸਭ ਤੋਂ ਕਲੋਜ਼ੈਸਟ ਫਰੈਂਡ ਬਚਪਨ ਦਾ ਦੋਸਤ ਬਨੀ ਸੰਧੂ, ਜਿਹੜਾ ਕਿ ਉਸ ਰੋਡ ਰੇਜ ਕੇਸ ਦੇ ਵਿੱਚ ਵੀ ਇਹਦੇ ਨਾਲ ਸੀਗਾ, ਠੀਕ ਹੈ, ਉਹ ਬੰਦੇ ਨੂੰ ਵੀ ਇਹਨੇ ਮਤਲਬ ਡਿਚ ਕਰਕੇ ਉਹਦੀ ਪਿੱਠ 'ਚ ਵੀ ਛੁਰਾ ਮਾਰਿਆ। ਤੇ ਅਸੀਂ ਤਾਂ ਬਹੁਤ ਦੂਰ ਦੀ ਗੱਲ ਹੈ। ਆਸ਼ੂ ਦੇ ਨਾਲ ਤਾਂ ਅੱਜ ਵੀ ਯਾਰੀ ਦੋਸਤੀ ਨਿਭਾਈ ਜਾ ਰਹੀ ਹੈ, ਜਿਵੇਂ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਰਿਹਾ, ਕੋਈ ਨਾ ਕੋਈ ਬਹਾਨੇ ਕਰ ਰਹੇ ਨੇ। ਉਹ ਘੱਟ ਹੈ ਜੀ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ, ਲੋਕ ਵੀ ਮਤਲਬ ਸੁਣ ਰਹੇ ਹੋਣਗੇ ਜਿਹੜੇ ਇਸ ਗੱਲ ਨੂੰ, ਵੀ ਇਹ ਗੱਲ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਭੂਸ਼ਣ ਨਾਲ ਇਹਦੇ ਨਾਲ ਕੋਈ ਬਹੁਤਾ ਕੰਸਰਨ ਨਹੀਂ ਹੈਗਾ। ਭਾਰਤ ਭੂਸ਼ਣ ਤੇ ਕੇਸ ਹੈਗਾ ਜਿਹੜਾ ਮੇਰੇ ਨਾਲ ਉਹਨਾਂ ਨੇ ਜਿਹੜੀ ਉਹ ਫੋਨ ਤੇ ਗੱਲ ਕੀਤੀ, ਉਹ ਇੱਕ ਡਿਫਰੈਂਟ ਹੈ। ਇਹ ਗਵਾਹੀ ਜਿਹੜੀ ਹੈਗੀ ਹੈ ਵੇਨੂ ਪ੍ਰਸ਼ਾਦ ਦੇ ਗੱਲ 'ਚ ਪੈਂਦੀ ਹੈ। ਤਾਂ ਮਤਲਬ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹਦਾ ਜਿਹੜਾ ਬੈਨੀਫਿਟ ਜ਼ਿਆਦਾ ਜਾ ਰਿਹਾ ਉਹ ਵੇਨੂ ਪ੍ਰਸ਼ਾਦ ਨੂੰ ਜਾ ਰਿਹਾ। ਇਹ ਭਾਰਤ ਭੂਸ਼ਣ ਆਸ਼ੂ ਵਾਲੇ ਦਾ ਕੋਈ ਕੰਸਰਨ ਨਹੀਂ ਹੈਗਾ, ਉਹਦੇ ਬਾਰੇ ਤਾਂ ਕੁਐਸਚਨ ਹੀ ਕੋਈ ਨਹੀਂ ਕਰਨਾਗਾ। ਉਹ ਤਾਂ ਹੈ ਹੀ ਡਿਫਰੈਂਟ ਚੀਜ਼। ਉਹ ਤਾਂ ਸਿਰਫ ਇਤਨੀ ਗੱਲ 'ਚ ਆਇਆ ਤੇ ਉਹ ਜਿਹੜੀ ਹੈਗੀ ਹੈ ਇਸ ਵਿਸ਼ੇ ਤੇ ਸਾਰੀ ਗੱਲ ਹੋਣੀ, ਇਹਦੇ ਨਾਲ ਕੰਸਰਨ ਨਹੀਂ। ਬਟ ਕਿਉਂਕਿ ਉਸ ਇਨਕੁਆਰੀ ਨੂੰ ਪ੍ਰੂਵ ਕਰਨਾ ਸੀ ਕਿ ਇਨਕੁਆਰੀ ਸਾਡੇ ਕੋਲ ਆਈ ਕਿਵੇਂ, ਉਹਦੇ ਕਰਕੇ ਇਹ ਜਿਹੜੀ ਸਾਰੀ ਚੀਜ਼ ਆਈ ਹੈ। ਤੇ ਕਈ ਵਾਰੀ ਕੁਦਰਤ ਦੇ ਰੰਗ ਹੁੰਦੇ ਆ, ਉਹ ਬਹੁਤ ਵਧੀਆ ਜਿਹੜੇ ਉਗੜ ਕੇ ਆਉਂਦੇ ਆ। ਉਹਦੇ ਸਾਨੂੰ ਵੀ ਨਹੀਂ ਉਮੀਦ ਸੀ ਕਿ ਇਹ ਇਸ ਤਰ੍ਹਾਂ ਦੀਆਂ ਬਚਕਾਨੀਆਂ ਹਰਕਤਾਂ ਕਰਕੇ, ਘਟੀਆਪਣ ਵਿਖਾ ਕੇ, ਆਪਣੀ ਕਮਜ਼ੋਰੀ ਵਿਖਾ ਕੇ ਆਪਣੇ ਆਪ ਨੂੰ ਪੰਜਾਬੀਆਂ ਦੇ ਸਾਹਮਣੇ ਹੋਰ ਨੀਵਾਂ ਕਰੂਗਾ। ਜਿੰਨਾ ਹੀ ਮਤਲਬ ਜਦੋਂ ਦਾ ਜੇਲ੍ਹ ਗਿਆ ਉਦੋਂ ਦੇ ਹਾਲਾਤ ਤੁਸੀਂ ਵੇਖ ਲਓ ਇਹਦੇ। ਉਸ ਤੋਂ ਬਾਅਦ ਜਿਹੜਾ ਮਤਲਬ ਜੋ ਐਟੀਟਿਊਡ ਹੈ, ਖਾਸ ਤੌਰ ਤੇ ਇਸ ਕੇਸ ਦੇ ਵਿੱਚ, ਇਹਨੇ ਆਪਣੇ ਆਪ ਨੂੰ ਬਹੁਤ ਬੁਰੀ ਤਰ੍ਹਾਂ ਡੈਮੇਜ ਕੀਤਾ ਹੈ। ਕਾਂਗਰਸ ਪਾਰਟੀ ਦਾ ਜੋ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਹੈ। ਔਰ ਪ੍ਰਧਾਨ ਬਣ ਕੇ ਆਸ਼ੂ ਦੇ ਘਰੇ ਜਾਣਾ ਇਹਦੀ ਸਭ ਤੋਂ ਘਟੀਆਪਣ, ਜਿਹੜਾ ਸਭ ਤੋਂ ਘਟੀਆ ਜਿਹੜੀ ਕਰਤੂਤ ਸੀ, ਜਿਹਨੂੰ ਉਦੋਂ ਹੀ ਲੋਕਾਂ ਨੇ ਬਹੁਤ ਉਹਦੀ ਮਤਲਬ ਨਿੰਦਿਆ ਕੀਤੀ ਸੀ। ਮੈਂ ਇਹ ਗੱਲ ਨੂੰ ਫਿਰ ਆਪਣੀ ਗੱਲ ਖਤਮ ਤੋਂ ਪਹਿਲਾਂ ਸੁਨੇਹਾ ਦੇਣਾ ਚਾਹੂੰਗਾ ਕਿ ਇਹਦੇ ਵਿੱਚ ਬੈਨੀਫਿਸ਼ਰੀ ਮੇਨ ਤੌਰ ਤੇ ਜਿਹੜਾ ਹੈਗਾ, ਫਿਰ ਬਿਊਰੋਕਰੇਟ ਹੈਗਾ। ਜਿਹੜੇ IAS ਅਫਸਰ ਇਹਦੇ ਵਿੱਚ ਦੂਸਰੇ ਕਰਨੇਲ ਸ਼ਰਮੇ ਵਗੈਰਾ ਦੇ ਜਿਹੜੇ ਕਮਿਸ਼ਨਰ ਹੈਗੇ ਆ, ਉਹਨਾਂ ਨੇ ਬਿਲਕੁਲ ਮਿਲ ਕੀਤਾ, ਰੱਜ ਕੇ ਪੈਸੇ ਲਏ ਇਹਨਾਂ ਵਿੱਚੋਂ। ਸਾਰਾ ਕੁਝ ਮੇਰਾ ਜਿਹੜਾ ਰਿਪੋਰਟ ਦੇ ਵਿੱਚ ਜਿਹੜੀ ਮੈਂ ਆਪਣੀ ਦਿੱਤੀ ਹੋਈ ਇਨਕੁਆਰੀ, ਉਹਦੇ ਵਿੱਚ ਬਹੁਤ ਡਿਟੇਲ ਵਿੱਚ ਹਰ ਚੀਜ਼ ਦਿੱਤੀ ਹੈ ਵੀ ਕਿਹਦਾ ਕੀ ਰੋਲ ਰਿਹਾ, ਕਿਵੇਂ ਇਹਨਾਂ ਨੇ ਇਹਦੇ ਵਿੱਚ ਮਤਲਬ ਕਰਪਸ਼ਨ ਕੀਤੀ ਹੈ। ਤਾਂ ਇਹ ਤਾਂ ਸਾਰਾ ਕੁਝ ਜਿਹੜਾ ਹੈਗਾ ਲਾਸਟ ਸਾਈਨ ਮੰਤਰੀ ਦੇ ਕਰਵਾ ਕੇ ਇਹਨਾਂ ਦੇ ਗੱਲ 'ਚ ਰੱਸਾ ਪਵਾ ਦਿੰਦੇ ਆ। ਅਦਰਵਾਈਜ਼ ਸਾਰਾ ਜਿਹੜਾ ਬੈਨੀਫਿਸ਼ਰੀ ਮੇਨ ਹੈ ਉਹ ਬਿਊਰੋਕਰੇਟ ਹੀ ਹੁੰਦਾ। ਇਹਦੇ ਵਿੱਚ ਵੀ ਮਤਲਬ ਜੇ ਉਹ 3 IAS ਅਫਸਰ ਨਾ ਹੁੰਦੇ ਤਾਂ ਦੂਜਿਆਂ ਨੂੰ ਇਹਨਾਂ ਨੇ ਉਹ ਆਪਣਾ ਕਰਾ ਕੇ ਕਰ ਦੇਣਾ ਸੀ। ਜਿਸ ਤਰ੍ਹਾਂ ਦੀ ਚਾਰਜ ਸ਼ੀਟ ਕਰਦੇ ਸੀ, ਕੋਈ ਹੋਰ ਸਜ਼ਾ ਦੇ ਦਿੰਦੇ, ਕਿਸੇ ਨੂੰ ਸਸਪੈਂਡ ਕਰ ਦਿੰਦੇ। ਇਹ ਤਾਂ ਜਦੋਂ ਇਹਨਾਂ ਦੇ ਆਪਣਿਆਂ ਦੇ ਮਤਲਬ ਇਹਨਾਂ ਦੇ ਗੱਲ 'ਚ ਪੈਂਦੀ ਗੱਲ, ਉਦੋਂ ਫਿਰ ਹਰ ਚੀਜ਼ਾਂ ਜਿਹੜੀਆਂ ਕਾਨੂੰਨ ਬਦਲ ਜਾਂਦੇ ਆ। ਤਾਂ ਸੇਮ ਪੋਜੀਸ਼ਨ ਹੋਈ ਵੀ ਆ। ਹਾਲਾਂਕਿ ਜੇ ਵੇਨੂ ਪ੍ਰਸ਼ਾਦ ਇਹਦੇ ਵਿੱਚ ਨਾ ਹੁੰਦਾ ਤਾਂ ਬਾਕੀ IAS ਅਫਸਰ ਹੈਗੇ ਆ ਪ੍ਰਮੋਟੀ, ਉਹਨਾਂ ਨੂੰ ਤਾਂ IAS ਅਫਸਰ ਗਿਣਦੇ ਹੀ ਨਹੀਂ ਇਹ। ਇਸ ਕਰਕੇ ਉਹ ਇਹ ਸਾਰਾ ਮਸਲਾ ਵੇਨੂ ਪ੍ਰਸ਼ਾਦ ਦੇ ਆਲੇ ਦੁਆਲੇ ਘੁੰਮਦਾ। ਕਿਉਂਕਿ ਅੱਜ ਕੱਲ੍ਹ ਉਹ ਪ੍ਰਿੰਸੀਪਲ ਸੈਕਟਰੀ ਟੂ CM ਹੈ। ਪਰ ਮੈਂ ਬਿਲਕੁਲ ਵਾਅਦਾ ਕਰਦਾ ਵੇਨੂ ਪ੍ਰਸ਼ਾਦ ਤੱਕ ਵੀ ਇਹ ਗੱਲ ਜਾਊਗੀ ਵੀ ਉਹ ਤਿਆਰੀ ਰੱਖਣ ਵੱਲੋਂ 2 ਰਿਪੋਰਟਾਂ ਜਿਹੜੀਆਂ ਬਣੀਆਂ ਹੈਗੀਆਂ
ਉਹ ਜੇਲ੍ਹ ਦੀ ਯਾਤਰਾ ਜਿਹੜੀ ਸੀ ਉਹਨਾਂ ਨੂੰ ਕਰਨ ਤੋਂ ਕੋਈ ਰੋਕ ਨਹੀਂ ਸਕਦਾ, ਭਾਵੇਂ ਉਹ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਬਣ ਜਾਣ ਤੇ ਕੱਲ ਨੂੰ ਭਾਵੇਂ ਪ੍ਰਧਾਨ ਮੰਤਰੀ ਦੇ ਬਣ ਜਾਣ। ਮੈਨੂੰ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਜਿਹੜਾ ਅਖੀਰ ਤੱਕ ਜਿਹੜਾ ਜਿੰਨਾ ਚਿਰ ਵੇਣੂ ਪ੍ਰਸ਼ਾਦ ਜੀ ਨੂੰ ਇਹਦੀ ਜਿਹੜੀ ਕੀਤੀ ਹੋਈ ਜਿਹੜੀ ਕਾਰਵਾਈ ਦਾ ਜਿਹੜਾ ਰਿਜ਼ਲਟ ਨਹੀਂ ਮਿਲਦਾ, ਉਹਨਾਂ ਚਿਰ ਇਹ ਤਾਂ ਗੌਣ ਹੋ ਗਏ ਨੇ, ਤਾਂ ਬੈਠੇ ਜੇਲ੍ਹ 'ਚ ਇਹਨਾਂ ਨੂੰ ਹੁਣ ਕੀ ਕਰਨਾ, ਇਹ ਤੋਂ ਬਾਅਦ ਇਹਨਾਂ ਨਾਲ ਹੋਰ ਕੀ ਹੋ ਜੇ, ਜਾਂ ਜੋ ਵੀ ਆਪਣਾ ਭੁਗਤੀ ਜਾਂਦੇ ਆ। ਅਸਲ ਦੇ ਵਿੱਚ ਜਿਹੜਾ ਇਹ ਹੁਣ ਮਸਲਾ ਵੇਣੂ ਪ੍ਰਸ਼ਾਦ ਤੇ ਆ ਕੇ ਖੜਾ, ਤੋ ਮੇਰਾ ਪੂਰੇ ਦਾ ਪੂਰਾ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਇਸ ਚੀਜ਼ ਨੂੰ ਉੱਥੇ ਲੈ ਕੇ ਜਾਣਾ ਚਾਹੀਦਾ ਕਿ ਜਦੋਂ ਘੱਟੋ ਘੱਟ ਇਹ ਜਿਹਾ ਅਫਸਰ ਕਿਤੇ ਜੇਲ੍ਹ 'ਚ ਬੈਠਾ ਹੋਊਗਾ, ਫਿਰ ਅਸੀਂ ਇੱਕ ਨਵੀਂ ਯੁੱਗ ਸ਼ੁਰੂ ਹੋਊਗਾ ਜਿਹੜਾ ਕਿ ਕਰਪਸ਼ਨ ਦੇ ਅਗੇਂਸਟ ਲੜਾਈ ਦਾ। ਇਹ ਚੀਜ਼ਾਂ ਤਾਂ ਪਹਿਲਾਂ ਵੀ ਹੁੰਦੀਆਂ ਆਈਆਂ, ਜਿਹੜੀਆਂ ਹੁਣ ਹੋਈਆਂ। ਇੱਥੇ ਤਾਂ ਬਾਦਲ ਹੋਰੀ ਵਿੰਦਰ ਦਿੱਤੇ ਸੀ ਪੜ੍ਹ ਕੇ ਇੱਕ ਵਾਰੀ ਕੈਪਟਨ ਨੇ, ਇਹ ਚੀਜ਼ਾਂ ਤਾਂ ਚੱਲਦੀਆਂ, ਪਰ ਜਦੋਂ ਅਫਸਰਾਂ ਦੇ ਜੁਡੀਸ਼ਰੀ ਦੇ ਖਿਲਾਫ ਚੀਜ਼ਾਂ ਹੋਣ ਲੱਗੀਆਂ, ਮੈਂ ਦੂਸਰਾ ਲਫ਼ਜ਼ ਐਡ ਕਰਦੇ ਆ, ਜੁਡੀਸ਼ਰੀ ਤੇ ਵੀ ਸਮੇਂ ਆਉਣਗੇ। ਸਟਿੰਗ ਆਪਰੇਸ਼ਨ ਆਉਣ ਵਾਸਤੇ ਹੁਣ ਕੋਈ ਦੇਰ ਨਹੀਂ ਹੈਗੀ। ਆਉਣ ਵਾਲੇ ਸਮੇਂ 'ਚ ਵੀ ਆਪਣੀ ਹਾਈ ਕੋਰਟ ਦਾ ਕੋਈ ਨਾ ਕੋਈ ਜੱਜ ਤੁਸੀਂ ਫਸਿਆ ਲਓ, ਜਿਸ ਤਰ੍ਹਾਂ ਦੇ ਹਿਸਾਬ ਨਾਲ ਚੱਲਦੇ ਆ, ਜਿਵੇਂ ਡਰਦੇ ਨਹੀਂ ਪੈਸੇ ਲੈਣ ਲੱਗੇ ਜਾਂ ਕਰਪਸ਼ਨ ਕਰ ਰਹੇ ਆ, ਤੇ ਕੋਈ ਨਾ ਕੋਈ ਜਿਹੜਾ ਮਾਈ ਲਾਰਡ ਵੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਇਸ ਨੈਟ 'ਚ ਆਉਣ ਦੀ ਪੂਰੀ ਸੰਭਾਵਨਾ ਹੈ। ਉਦੋਂ ਕਿੰਨਾ ਵੱਡਾ ਬਦਲਾਅ ਜਿਹੜਾ ਹੈਗਾ ਆਪਾਂ ਨੂੰ ਵੇਖਣ ਨੂੰ ਮਿਲੂਗਾ। ਜੀ ਸੇਖੋ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਪੂਰੀ ਦੀ ਪੂਰੀ ਗੱਲਬਾਤ ਚਰਚਾ ਲਈ। ਵੇਰਵੇ ਸੇ ਤੁਸੀਂ ਜਾਣਕਾਰੀ ਦਿੱਤੀ ਤੇ ਅਸਲ ਕਹਾਣੀ ਕੀ ਹੈ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਤੁਹਾਡੀ ਇਸ ਪੂਰੀ ਦੀ ਪੂਰੀ ਗੱਲਬਾਤ ਤੋਂ ਸਮਝ ਪਾਏ ਹੈਗੇ ਨੇ। ਮੁੱਦਾ ਉਹ ਨਹੀਂ ਹੈ ਜੋ ਲੋਕਾਂ ਨੂੰ ਨਜ਼ਰ ਆ ਰਿਹਾ ਹੈ। ਭਰਤ ਭੂਸ਼ਣ ਆਸ਼ੂ ਦਾ ਇੱਕ ਛੋਟਾ ਵਿਸ਼ਾ ਹੈ, ਹਾਲਾਂਕਿ ਉਸੇ ਛੋਟੀ ਜਿਹੀ ਘਟਨਾ ਨੇ ਇੱਕ ਐਡੀ ਵੱਡੀ ਲੜਾਈ ਨੂੰ ਸ਼ੁਰੂ ਕਰਤਾ। ਕਰੂਸੇਡਰ ਤੇ ਇੱਕ ਵਿਸਲ ਬਲੋਅਰ ਬਣ ਕੇ ਬਲਵਿੰਦਰ ਸਿੰਘ ਸੇਖੋਂ ਖੜੇ ਹੋ ਗਏ ਤੇ ਅੱਜ ਨਵਜੋਤ ਸਿੰਘ ਸਿੱਧੂ ਵਰਗੇ ਸਾਬਕਾ ਮੰਤਰੀ ਵੀ ਕੁੜੀਕੀ ਵਿੱਚ ਹੈਗੇ ਨੇ। ਧਰਮ ਸੰਕਟ ਦੇ ਵਿੱਚ ਵੀ ਕਈ ਵਾਰ ਨਜ਼ਰ ਆਉਂਦੇ ਨੇ ਕਿ ਸੱਚ ਦਾ ਸਾਥ ਦੇਣ ਜਾਂ ਫਿਰ ਸਿਆਸਤ ਦਾ ਜਿਹੜਾ ਤਕਾਜ਼ਾ ਹੈ ਉਸ ਦੀ ਕਸਰ ਵੱਟੀ ਉੱਤੇ ਖਰੇ ਸਾਬਤ ਹੋਣ। ਸੋ ਦੁਵਿਧਾ ਦੇ ਵਿੱਚ ਨਜ਼ਰ ਆ ਰਹੇ ਨੇ। ਇਹੀ ਕਾਰਨ ਹੈ ਕਿ ਬਤੌਰ ਇੱਕ ਵਿਟਨੈਸ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਐਡੇ ਵੱਡੇ ਇਤਰਾਜ਼ ਹੈਗੇ ਨੇ, ਜਦੋਂ ਕਿ ਜੇ ਸਭ ਕੁਝ ਸਾਫ਼ ਹੈ, ਸੋਚ ਸਾਫ਼ ਹੈ, ਨੀਅਤ ਇਮਾਨਦਾਰ ਹੋਵੇ ਤਾਂ ਫਿਰ ਅਦਾਲਤ ਦੇ ਵਿੱਚ ਜਾ ਕੇ ਆਪਣੇ ਮੰਤਰੀ ਰਹਿੰਦੇ ਹੋਏ ਕੀ ਫਾਈਲ ਦੇ ਉੱਤੇ ਨੋਟਿੰਗ ਤੁਸੀਂ ਦਿੱਤੀ, ਕੀ ਕਾਰਵਾਈ ਸੀ, ਕੀ ਵਿਊ ਤੁਸੀਂ ਲਿਆ ਉਸ ਪੂਰੀ ਦੀ ਪੂਰੀ ਘਟਨਾ ਦਾ, ਉਸ ਸਥਿਤੀ ਦਾ, ਉਹ ਜਿਹੜੀ ਬੇਨਿਯਮੀ ਹੋ ਰਹੀ ਸੀ, ਇਹ ਦੱਸਣ ਦੇ ਵਿੱਚ ਕੀ ਇਤਰਾਜ਼ ਕਿਸ ਨੂੰ ਹੋਣਾ ਚਾਹੀਦਾ ਹੈ। ਲੇਕਿਨ ਅਜਿਹੀ ਸਥਿਤੀ ਨਹੀਂ ਹੈ। ਸੋ ਕਹਿਣੀ ਤੇ ਕਥਨੀ ਦੇ ਵਿੱਚ ਅਕਸਰ ਇੱਕ ਫਰਕ ਵੇਖਣ ਨੂੰ ਮਿਲਿਆ ਹੈ, ਦਿਸਦਾ ਪਿਆ ਹੈ। ਸੋ ਬਹੁਤ ਬਹੁਤ ਧੰਨਵਾਦ ਸੇਖੋ ਸਾਹਿਬ। ਤੇ ਅੱਜ ਦੀ ਰਿਪੋਰਟ ਇੱਥੇ ਤੱਕ ਹੀ ਸੀ। ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਆਪਣੇ ਵਿਚਾਰ, ਆਪਣੀ ਸੋਚ ਜਾਂ ਆਪਣਾ ਓਪੀਨੀਅਨ ਜੋ ਇਸ ਪੂਰੇ ਵਿਸ਼ੇ ਦੇ ਉੱਤੇ ਜੋ ਸਮਝ ਪਾਏ ਨੇ ਸਹੀ ਤਰੀਕੇ ਨਾਲ, ਜ਼ਰੂਰ ਸਾਡੇ ਨਾਲ ਸਾਂਝੇ ਕਰਨ। ਥੈਂਕ ਯੂ ਸੋ ਮਚ।